ਪਿੰਡਾਂ ਦੇ ਵਿੱਚ ਵੀ ਇੱਕ ਨੇਰੀ ਆਊਗੀ ਐਂਡ ਸਮਹਾਉ ਯੂ ਵਿਲ ਬੀ ਅਸਟੋਨਿਸ਼ਡ ਟੂ ਸੀ ਕਿ 50-60% ਤੋਂ ਜ਼ਿਆਦਾ ਪਿੰਡ ਬੀਜੇਪੀ ਵੱਲ ਨੂੰ ਤੁਰ ਪੈਣਗੇ। ਤੁਹਾਡੇ ਡੈਡ ਸਰਬਜੀਤ ਸਿੰਘ ਮੱਕੜ ਜੀ ਕਾਫੀ ਟਾਈਮ ਲੰਬਾ ਸਮਾਂ ਅਕਾਲੀ ਦਲ ਨਾਲ ਰਹੇ ਹੈ, ਤੁਹਾਨੂੰ ਲੱਗਦਾ ਉਹਨਾਂ ਨੇ ਮੁੱਲ ਨਹੀਂ ਪਾਇਆ? 10 ਦਿਨ ਦੇ ਹੱਕ 'ਚ ਲੈ ਲੈਂਦੇ, ਅਸੀਂ ਤਾਂ ਜ਼ਿਆਦਾ ਬਿਹਤਰੀ ਨਾਲ 8-10 ਹਜ਼ਾਰ ਬੰਦੇ ਦੀ ਰੈਲੀ ਰੱਖ ਕੇ ਵੈਲਕਮ ਕਰ ਦਿੰਦੇ ਨਵੇਂ ਲੀਡਰ ਨੂੰ, ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਵੀ ਅਸੀਂ ਬਹੁਤ ਅਣਖੀ ਤੇ ਬਹੁਤ ਸਟ੍ਰੇਟ ਫਾਰਵਰਡ ਲੋਕ ਆ, ਸਾਡੇ ਕੋਲੋਂ ਕਦੀ ਵੀ ਅਕਾਲੀ ਦਲ ਨਹੀਂ ਛੱਡ ਹੋਣੀ ਸੀ ਕੰਮ ਵਾਟ ਨਹੀਂ। ਇਹਨਾਂ ਨੇ ਸਾਨੂੰ ਛੱਡ ਦਿੱਤਾ, ਇਹਨਾਂ ਨੇ ਆਪਣੇ ਬਿਜ਼ਨਸ ਜਾਂ ਪਰਸਨਲ ਰੀਜ਼ਨਸ ਕਰਕੇ ਕੋਈ ਹੋਰ ਰਸਤਾ ਚੂਜ਼ ਕਰ ਲਿਆ, ਉਹ ਚੰਗਾ ਹੀ ਹੋਇਆ, ਸਾਡੀ ਪ੍ਰਮੋਸ਼ਨ ਹੋ ਗਈ, ਅਸੀਂ ਵੱਡੀ ਪਾਰਟੀ 'ਚ ਪਹੁੰਚ ਗਏ। ਲਈ ਅਕਾਲੀ ਦਲ 'ਚ ਵੀ ਇਸ ਟਾਈਮ 3 ਦਰਬਾਰ ਨੇ, ਇੱਕ ਸਿੰਗਲ ਦਾਗ ਵੀ ਸਾਡੇ ਤੇ 40 ਸਾਲ 'ਚ ਨਹੀਂ ਹੈਗਾ। ਇੱਕੋ ਹੀ ਸਾਡੀ ਤੁਸੀਂ ਕਹਿ ਲਓ ਨੈਗੇਟਿਵਿਟੀ ਸੀ ਕਿ ਬਹੁਤ ਧਾਕੜ ਨੇ ਮੇਰੇ ਫਾਦਰ ਨੂੰ ਦਬੰਗ ਕਿਹਾ ਜਾਂਦਾ ਹੈ। ਅਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ, ਇੱਦਾਂ ਨਾ ਕਰਦੇ ਕਿਸੇ ਰਿਲੀਜੀਅਸ ਤੌਰ ਤੇ ਕਰ ਦਿੰਦੇ, ਸੇਵਾ ਤਾਂ ਕਰਦੇ ਹੀ ਰਵਾਂਗੇ, ਸੀਟਾਂ ਮਿਲਣੀਆਂ ਨਹੀਂ ਮਿਲਣੀਆਂ ਡਸ ਨਾਟ ਮੈਟਰ। ਸਾਡੀ ਓਨੈਸਟੀ ਸਾਨੂੰ ਮਾਰ ਗਈ। ਵੀ ਵਰ ਪ੍ਰਕਾਸ਼ ਸਿੰਘ ਬਾਦਲਸ ਲੌਬੀ, ਸਾਡੇ ਕੋਲੋਂ ਉਹ ਚਾਪਲੂਸ ਮਾਡਲ ਦਾ ਪਾਰਟ ਨਹੀਂ ਬਣਿਆ ਗਿਆ। ਇਹ 40 ਸਾਲ ਇੱਕ ਪਾਰਟੀ 'ਚ ਨਿਕਲ ਗਏ, ਜਦੋਂ ਤੱਕ ਹੁਣ ਸਾਹ ਚੱਲੇਗਾ ਬੀਜੇਪੀ 'ਚ ਹੀ ਰਵਾਂਗੇ, ਲੋਕਾਂ ਦੀ ਸੇਵਾ ਕਰਾਂਗੇ ਔਰ ਇਸੇ ਹਲਕੇ 'ਚ ਹੀ ਹਾਜ਼ਰ ਰਵਾਂਗੇ, ਨੋ ਮੈਟਰ ਵਾਟ ਅੰਡਰ ਵਾਟ ਐਵਰ ਸਰਕਮਸਟੈਂਸਿਸ। ਫਸਟ ਟਾਈਮ ਬੀਜੇਪੀ ਜਦੋਂ ਪੰਜਾਬ ਦੇ ਵਿੱਚ ਇਕੱਲੀ ਲੜ ਰਹੀ ਹੈ, ਇਹ ਨਾਮ ਹਿਸਟਰੀ ਦੇ ਵਿੱਚ ਲਿਖਿਆ ਜਾਏਗਾ। ਵੀ ਆਰ ਪ੍ਰਾਊਡ ਟੂ ਬੀ ਅ ਪਾਰਟ ਆਫ ਇਟ। ਇਹ ਮੈਂ ਨਾ ਉਹਨੂੰ ਬਹੁਤ ਸੁਣਦਾ ਹੈ, ਦਿਸ ਯੂਥ ਲੀਡਰ ਰਾਜਾ ਵੜਿੰਗ ਫਰੋਮ ਕਾਂਗਰਸ। ਉਹਨੇ ਇੱਕ ਵਾਰੀ ਕਿਤੇ ਸਲਿਪ ਆਫ ਟੰਗ ਕਰਕੇ ਕਿਸੇ ਮੀਟਿੰਗ ਦੇ ਵਿੱਚ ਕਹਿ ਦਿੱਤਾ ਕਿ ਸਾਨੂੰ ਕਾਂਗਰਸ ਦੇ ਵਿੱਚ ਇੱਕ ਗੱਲ ਸਿਖਾਈ ਜਾਂਦੀ ਹੈ ਕਿ ਲੋਕਾਂ ਨੂੰ ਜ਼ਿਆਦਾ ਦੁਨੀਆ ਨਾ ਦਿਖਾਓ, ਵੋਟਰ ਨੂੰ ਬੜਾ ਉੱਪਰ ਨਾ ਉਠਾਓ। ਜੇ ਤੁਸੀਂ ਸੜਕਾਂ ਬਣਾਤੀਆਂ, ਤੁਹਾਡੇ ਕੋਲ ਹਸਪੀਟਲ ਮੰਗਣਗੇ, ਹਸਪੀਟਲ ਦੇ ਤੇ ਤੁਹਾਡੇ ਕੋਲ ਇੰਡਸਟਰੀ ਮੰਗਣਗੇ, ਇਹਨਾਂ ਨੂੰ ਬਹੁਤਾ ਐਕਸਪੋਜ਼ਰ ਨਾ ਦਿਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ, ਮੈਂ ਹਾਂ ਤੁਹਾਡੇ ਨਾਲ ਸੀਰਤ ਸੰਧੂ। ਅੱਜ ਅਸੀਂ ਜਲੰਧਰ ਕੈਂਟ ਤੋਂ ਬੀਜੇਪੀ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ, ਉਹਨਾਂ ਦੇ ਬੇਟੇ ਐਡਵੋਕੇਟ ਮਨਸਿਮਰਨ ਸਿੰਘ ਮੱਕੜ ਨਾਲ ਗੱਲਬਾਤ ਕਰਾਂਗੇ। ਉਹਨਾਂ ਤੋਂ ਪੁੱਛਾਂਗੇ ਕਿ ਉਹ ਕੈਂਪੇਨ ਕਰ ਰਹੇ ਨੇ, ਆਪਣੇ ਪਿਤਾ ਜੀ ਦੇ ਨਾਲ ਨਾਲ ਲੋਕਾਂ ਵਿੱਚ ਵਿਚਰ ਰਹੇ ਨੇ, ਪੁੱਛਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ, ਲੋਕ ਕਿੱਦਾਂ ਦਾ ਹੁੰਗਾਰਾ ਭਰ ਰਹੇ ਹੈ ਤੇ ਰਾਜਨੀਤੀ ਬਾਰੇ ਕੀ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਮਨਸਿਮਰਨ। ਸਤਿ ਸ਼੍ਰੀ ਅਕਾਲ ਸੀਰਤ ਜੀ, ਥੈਂਕ ਯੂ ਵੈਰੀ ਮਚ ਜੀ। ਮਨਸਿਮਰਨ ਜੀ, ਜਿਵੇਂ ਲੋਕਾਂ ਜਾ ਰਹੇ ਹੋ, ਕੈਂਪੇਨ ਕਰ ਰਹੇ ਹੈ, ਤੁਹਾਡੇ ਡੈਡ ਵੀ, ਤੁਸੀਂ ਵੀ ਨਾਲ ਜਾ ਰਹੇ ਹੋ, ਕਿੱਦਾਂ ਲੱਗ ਰਿਹਾ? ਮੈਮ ਆਈ ਵਿਲ ਬੀ ਓਨੈਸਟ, ਰਿਸਪੌਂਸ ਬਹੁਤ ਅੱਛਾ ਹੈ। ਰਾਦਰ ਯੂ ਵਿਲ ਬੀ ਅਸਟੋਨਿਸ਼ਡ ਟੂ ਸੀ ਦ ਰਿਜ਼ਲਟਸ। ਉਹਦਾ ਇੱਕ ਰੀਜ਼ਨ ਹੈ ਕਿਉਂਕਿ ਅੱਜ ਤੱਕ ਬੀਜੇਪੀ ਕਦੀ ਵੀ ਇਕੱਲੇ ਇਲੈਕਸ਼ਨ ਨਹੀਂ ਲੜੀ ਪੰਜਾਬ ਦੇ ਵਿੱਚ। ਦਿਸ ਇਜ਼ ਦ ਫਸਟ ਟਾਈਮ ਵੀ ਅਸੀਂ ਇੰਡੀਪੈਂਡੈਂਟਲੀ ਲੜ ਰਹੇ ਹਾਂ ਐਂਡ ਲੋਕਾਂ 'ਚ ਬਹੁਤ ਜ਼ਿਆਦਾ ਹੁੰਗਾਰਾ ਹੈ। ਸਪੈਸ਼ਲੀ ਯੂ ਗੋ ਟੂ ਦ ਪੌਸ਼ ਐਂਡ ਅਰਬਨ ਏਰੀਆਜ਼, ਉਹ ਤਾਂ ਟੋਟਲੀ ਬੀਜੇਪੀ ਮਾਈਂਡਡ ਨੇ। RSS ਫੈਮਿਲੀ ਇਜ਼ ਵੈਰੀ ਸਟਰੋਂਗ, ਦ ਸਟਰਕਚਰ ਐਂਡ ਗਰਾਊਂਡ ਪਕੜ ਬਹੁਤ ਜ਼ਿਆਦਾ ਹੈ ਇਸ ਪਾਰਟੀ ਦੀ। ਇਸ ਤੋਂ ਇਲਾਵਾ ਬੀਜੇਪੀ ਦਾ ਤੇ ਕਮਲ ਦੇ ਫੁੱਲ ਦਾ ਬਹੁਤ ਜ਼ਿਆਦਾ ਅਟਰੈਕਸ਼ਨ ਹੈ ਲੋਕਾਂ ਦੇ ਵਿੱਚ ਔਰ ਮੋਦੀ ਸਾਹਿਬ ਦੀ ਨੀਤੀਆਂ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ ਜਾ ਰਿਹਾ। ਸ਼ਹਿਰੀ ਏਰੀਆ ਹੋ ਗਿਆ ਨਾ, ਪੇਂਡੂ ਇਲਾਕੇ 'ਚ ਜਾਂਦੇ ਹੋ, ਲੋਕ ਕੀ ਕਹਿ ਰਹੇ ਨੇ? ਆਈ ਵਿਲ ਬੀ ਓਨੈਸਟ, ਪੇਂਡੂ ਇਲਾਕੇ ਦੇ ਵਿੱਚ ਕੁਝ ਸੈਕਸ਼ਨ ਨੇ ਜਿਹੜੇ ਕਿ ਹਾਲੇ ਉਹਨਾਂ 'ਚ ਲੋ ਐਕਸੈਪਟੈਂਸ ਹੈ, ਲੇਕਿਨ ਵਨਸ ਯੂ ਟੈਲ ਦੈਮ ਅਬਾਊਟ ਸਕੀਮਸ ਆਫ ਦ ਗਵਰਨਮੈਂਟ, ਕਿਵੇਂ ਅਸੀਂ ਪੰਜਾਬ ਵਾਸਤੇ, ਪੰਜਾਬ ਦੇ ਲੈਂਡ ਵਾਸਤੇ, ਇੰਡਸਟਰੀਅਲ ਗਰੋਥ ਵਾਸਤੇ, ਕ੍ਰੌਪ ਡਾਇਵਰਸੀਫਿਕੇਸ਼ਨ ਵਾਸਤੇ, ਇਨਫਰਾਸਟਰਕਚਰ, ਹੈਲਥ, ਮੈਡੀਕਲ ਕੇਅਰ, ਜਦੋਂ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਆ ਉਹਨਾਂ ਦਾ ਮਨ ਚੇਂਜ ਹੁੰਦਾ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ, ਨੈਕਸਟ 3-4 ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇੱਕ ਨੇਰੀ ਆਊਗੀ ਐਂਡ ਸਮਹਾਉ ਯੂ ਵਿਲ ਬੀ ਅਸਟੋਨਿਸ਼ਡ ਟੂ ਸੀ ਕਿ 50-60% ਤੋਂ ਜ਼ਿਆਦਾ ਪਿੰਡ ਬੀਜੇਪੀ ਵੱਲ ਨੂੰ ਤੁਰ ਪੈਣਗੇ। ਲੋਕ ਸ਼ਿਕਾਇਤ ਕਰ ਰਹੇ ਆ ਜਦੋਂ ਜਾ ਰਹੇ ਹੋ? ਨਹੀਂ, ਸ਼ਿਕਾਇਤ ਨਹੀਂ ਕਰ ਰਹੇ ਲੋਕ, ਐਕਚੁਅਲੀ ਫਸ ਗਏ ਕਿਉਂਕਿ ਲੋਕ ਸਟੇਟਮੈਂਟਾਂ ਦੇ ਚੁੱਕੇ ਸੀ ਆਲ ਦ ਲੀਡਰਸ ਅਬਾਊਟ ਫਾਰਮਰ ਲਾਜ਼। ਉਹਨਾਂ ਫਾਰਮਰ ਲਾਜ਼ ਵਾਪਸ ਹੋ ਚੁੱਕੇ ਨੇ, ਮੋਦੀ ਸਾਹਿਬ ਨੇ ਮਾਫੀ ਵੀ ਮੰਗ ਲਈ, ਉਹਨਾਂ ਨੂੰ ਰਿਪੀਲ ਵੀ ਕਰ ਦਿੱਤਾ। ਆਲਰੇਡੀ 50% ਮਾਈਂਡ ਚੇਂਜ ਹੋ ਚੁੱਕਿਆ। ਰੈਸਟ ਇਹਨਾਂ ਦੀ ਨੀਤੀਆਂ ਦੇਖ ਕੇ ਐਂਡ ਸਟਾਈਲ ਦੇਖ ਕੇ ਚੇਂਜ ਹੋ ਰਿਹਾ। ਟਰਸਟ ਮੇ ਵੀ ਆਰ ਗੈਟਿੰਗ ਵੈਰੀ ਨਾਈਸ ਰਿਸਪੌਂਸ ਫਰੋਮ ਪੇਂਡੂ ਏਰੀਆਜ਼ ਐਜ਼ ਵੈਲ ਸਿੰਸ ਰੀਸੈਂਟਲੀ। ਤੁਹਾਡੇ ਡੈਡ ਸਰਬਜੀਤ ਸਿੰਘ ਮੱਕੜ ਜੀ ਕਾਫੀ ਟਾਈਮ ਲੰਬਾ ਸਮਾਂ ਅਕਾਲੀ ਦਲ ਨਾਲ ਰਹੇ ਹੈ, ਤੁਹਾਨੂੰ ਲੱਗਦਾ ਉਹਨਾਂ ਨੇ ਮੁੱਲ ਨਹੀਂ ਪਾਇਆ? Ma'am, very deep and emotional question for us. We were hardcore ਅਕਾਲੀਸ। 40 ਸਾਲ ਪਾਰਟੀ ਨੂੰ ਡੈਡ ਨੇ ਨਿਸ਼ਕਾਮ ਸਰਵਿਸ ਦੇਤੀ, ਕਦੀ ਕੋਈ ਅਹੁਦਾ ਨਹੀਂ ਮੰਗਿਆ, ਕਦੀ ਕੋਈ ਸੀਟ ਨਹੀਂ ਮੰਗੀ। ਜੇ ਕੁਝ ਦਿੰਦੇ ਸੀ ਇਹਨਾਂ ਦਾ ਮੈਰਿਟ ਦੇਖ ਕੇ ਆਪ ਹੀ ਦਿੰਦੇ ਸੀ। ਟਰਸਟ ਮੀ, ਅਸੀਂ ਕਦੀ ਵੀ ਕੋਈ ਵੀ ਸਿਫਾਰਿਸ਼, ਕਦੀ ਵੀ ਕੋਈ ਚੀਜ਼ ਨਹੀਂ ਮੰਗੀ ਪਾਰਟੀ ਕੋਲੋਂ। ਮੁੱਲ ਨਹੀਂ ਪਾਇਆ ਯੂ ਕੈਨ ਸੇ, ਬਟ ਆਈ ਐਮ ਸਟਿਲ ਗ੍ਰੇਟਫੁਲ ਵੀ ਸਾਨੂੰ ਪਾਰਟੀ 'ਚ ਰਹਿੰਦਿਆਂ ਹੋਇਆਂ ਬਹੁਤ ਮਾਣ ਸਤਿਕਾਰ ਮਿਲਿਆ। ਪਾਰਟੀ ਨੇ ਬੜਾ ਕੁਝ ਦਿੱਤਾ। ਡਨ ਐਂਡ ਡਸਟਡ, ਆਪਾਂ ਨੈਗੇਟਿਵ ਗੱਲ ਕਿਉਂ ਕਰਨੀ? ਇਟਸ ਓਕੇ, ਵੀ ਸਟਿਲ ਰਿਸਪੈਕਟ ਦੈਮ, ਇਟਸ ਓਕੇ। ਦੈਟਸ ਉਹਨਾਂ ਦੀ ਕੋਈ, ਆਈ ਐਮ ਸ਼ੋਰ ਕੋਈ ਮਜਬੂਰੀ ਹੋਏਗੀ, ਕੋਈ ਲੋੜ ਹੋਏਗੀ ਉਹਨਾਂ ਦੀ, ਕੋਈ ਨਵਾਂ ਪ੍ਰੋਡਕਟ ਵੇਚਣਾ ਹੁੰਦਾ ਦੁਕਾਨ 'ਤੇ ਰੱਖ ਕੇ, ਤੇ
ਪ੍ਰੋਬੇਬਲੀ ਪਰ 33 ਸਾਲ ਤੁਹਾਡਾ ਪਰਿਵਾਰ ਜੁੜਿਆ ਰਿਹਾ ਅਕਾਲੀਆਂ ਨਾਲ, ਹਲੇ ਵੀ ਨਹੀਂ ਬੋਲਣਾ? ਮੈਮ ਤੁਹਾਡੇ ਡੈਡ ਦਾ ਸਵੇਰੇ ਹੀ ਅੱਜ ਡਿਫਾਲਟਰ ਕਹਿ ਕੇ ਹਟਿਆ ਉਹਨਾਂ ਨੂੰ। ਨਹੀਂ, ਡਿਫਾਲਟਰ ਸ਼ਬਦ ਨਾ ਯੂਜ਼ ਕਰੀਏ ਅਸੀਂ। ਦੇਖੋ ਮੈਮ, ਇਹ ਲੋਕਾਂ ਦੇ ਫਤਵੇ ਨੇ, ਦੱਸ ਦੇਣਾ ਸਿਰਫ 10 ਦਿਨ ਰਹਿ ਗਏ, ਤੁਹਾਨੂੰ ਆਪ ਹੀ ਆਟੋਮੈਟਿਕਲੀ ਪਤਾ ਲੱਗ ਜਾਣਾ ਕਿ ਕਿਹੜੀ ਨੀਤੀਆਂ ਦਾ ਕੀ ਰਿਜ਼ਲਟ ਹੈ ਔਰ ਕਿਹੜਾ ਰੈਸ਼ ਬਿਹੇਵੀਅਰ। ਮੈਂ ਕਹਿੰਦਾ ਦੇयर ਇਜ਼ ਅ ਵੇ ਆਫ ਐਵਰੀਥਿੰਗ। ਜਿਨ੍ਹਾਂ ਨੇ ਤਾਂ ਕਰਨਾ ਵੀ ਸੀ, ਆਈ ਅਪਰੀਸ਼ੀਏਟ, ਸ਼ਾਇਦ ਉਹਨਾਂ ਨੂੰ ਪਾਰਟੀ ਨੂੰ ਇਸ ਗੱਲ ਨਾਲ ਫਾਇਦਾ ਹੋਵੇ, ਲੇਕਿਨ ਦੇयर ਇਜ਼ ਅ ਡੀਸੈਂਟ ਮੈਨਰ ਟੂ ਇਟ। ਇੰਨੇ ਪਰਿਵਾਰ ਦੇ ਨਾਲ ਤੁਸੀਂ ਇੱਕਦਮ ਰਾਤੋਂ ਰਾਤ ਨਹੀਂ ਧੋਖਾ ਕਰ ਸਕਦੇ। ਦੇयर ਇਜ਼ ਅ ਡੀਸੈਂਟ ਵੇ। ਸਾਨੂੰ 10 ਦਿਨ ਦੇ ਹੱਕ 'ਚ ਲੈ ਲੈਂਦੇ, ਅਸੀਂ ਤਾਂ ਜ਼ਿਆਦਾ ਬਿਹਤਰੀ ਨਾਲ 8-10 ਹਜ਼ਾਰ ਬੰਦੇ ਦੀ ਰੈਲੀ ਰੱਖ ਕੇ ਵੈਲਕਮ ਕਰ ਦਿੰਦੇ ਨਵੇਂ ਲੀਡਰ ਨੂੰ। ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਸੋ ਅਸੀਂ ਪਾਰਟੀ ਨੂੰ ਤਕੜਾ ਦੇਖਣਾ ਚਾਹੁੰਦੇ ਸੀ। ਵੀ ਵਰ ਨੈਵਰ ਲਾਲਚੀ ਫॉर ਐਨੀ ਸੀਟ ਜਾਂ ਕੋਈ ਪਾਰਟਿਕੂਲਰ ਕਨਸਟੀਟੂਐਂਸੀ। ਫਿਰ ਕੀ ਹੋ ਗਿਆ ਮੈਡਮ, ਸੇਵਾ ਨਿਭਾਉਂਦੇ ਆਏ ਆ, ਐਜ਼ ਅ ਵੋਲੰਟੀਅਰ ਨਿਭਾ ਲੈਂਦੇ, ਬਿਗ ਡੀਲ। ਜਿਵੇਂ ਅਕਾਲੀ ਦਲ ਛੱਡ ਕੇ ਇਧਰ ਬੀਜੇਪੀ ਵੱਲ ਆ ਗਏ, ਤੁਹਾਨੂੰ ਲੱਗਦਾ ਤੁਹਾਡਾ ਨੁਕਸਾਨ ਹੋਇਆ? ਨਹੀਂ, ਆਈ ਥਿੰਕ ਜੋ ਵੀ ਸਬਬ ਬਣਿਆ, ਜੋ ਵੀ ਕਾਰਨ ਬਣਿਆ ਇੱਦਾਂ ਕਰਨ ਦਾ, ਸਾਡੀ ਪ੍ਰਮੋਸ਼ਨ ਹੋ ਗਈ। ਮੈਂ ਇੱਕ ਗੱਲ ਬੜੇ ਓਨੈਸਟਲੀ ਕਹਿਣਾ ਵੀ ਅਸੀਂ ਬਹੁਤ ਅਣਖੀ ਤੇ ਬਹੁਤ ਸਟ੍ਰੇਟ ਫਾਰਵਰਡ ਲੋਕ ਆ। ਸਾਡੇ ਕੋਲੋਂ ਕਦੀ ਵੀ ਅਕਾਲੀ ਦਲ ਨਹੀਂ ਛੱਡ ਹੋਣੀ ਸੀ, ਕਮ ਵਾਟ ਮੇ। ਇਹਨਾਂ ਨੇ ਸਾਨੂੰ ਛੱਡ ਦਿੱਤਾ। ਇਹਨਾਂ ਨੇ ਆਪਣੇ ਬਿਜ਼ਨਸ ਜਾਂ ਪਰਸਨਲ ਰੀਜ਼ਨਸ ਕਰਕੇ ਕੋਈ ਹੋਰ ਰਸਤਾ ਚੂਜ਼ ਕਰ ਲਿਆ। ਉਹ ਚੰਗਾ ਹੀ ਹੋਇਆ, ਸਾਡੀ ਪ੍ਰਮੋਸ਼ਨ ਹੋ ਗਈ, ਅਸੀਂ ਵੱਡੀ ਪਾਰਟੀ 'ਚ ਪਹੁੰਚੇ। ਤੇ ਸਾਨੂੰ ਆਈ ਥਿੰਕ ਵੀ ਆਰ ਲੱਕੀ ਐਂਡ ਬਲੈਸਡ ਕਿ ਹੁਣ ਅਸੀਂ ਇੱਕ ਹਲਕੇ ਪੱਧਰ ਤੋਂ ਉੱਠ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਾਂਗੇ ਔਰ ਮੀਡੀਅਮ ਬਣ ਕੇ ਪੰਜਾਬ ਦੇ ਇਸ਼ੂਜ਼ ਨੂੰ ਸੈਂਟਰ ਤੱਕ ਪਹੁੰਚਾਉਣ 'ਚ ਕਾਮਯਾਬ ਹੋਵਾਂਗੇ। ਪੰਜਾਬ ਇਸ਼ੂਜ਼ ਨੂੰ ਲੈ ਕੇ ਜਾਵਾਂਗੇ ਜੋ ਅੱਜ ਤੱਕ ਕੋਈ ਵੀ ਪੋਲੀਟੀਸ਼ੀਅਨ ਨਹੀਂ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਵਿੱਚ। ਤੁਸੀਂ ਕਿਹਾ ਸਾਡੇ ਤੋਂ ਨਹੀਂ ਛੱਡ ਹੋਣੀ ਸੀ, ਇਹਨਾਂ ਨੇ ਤੁਹਾਨੂੰ ਛੱਡਤਾ, ਕੀ ਤੁਸੀਂ ਛੱਡਣਾ ਚਾਹੁੰਦੇ ਸੀ? ਕੁਝ ਨੀਤੀਆਂ ਸੀ ਜਿਹੜੀਆਂ ਕਿ ਸਾਨੂੰ ਨਹੀਂ ਸੀ ਚੰਗੀਆਂ ਲੱਗਦੀਆਂ, ਕੁਝ ਸਟਾਈਲ ਸੀ ਜੋ ਸਾਨੂੰ ਨਹੀਂ ਸੀ ਚੰਗਾ ਲੱਗਦਾ। ਇੱਕ ਪੰਥਕ ਪਾਰਟੀ ਤੋਂ ਬਾਅਦ ਅਕਾਲੀ ਦਲ ਦੀ ਇੱਕ ਪ੍ਰੋਬਲਮ ਬਣ ਗਈ ਸੀ। ਆਈ ਐਮ ਸੌਰੀ, ਆਮ ਟਰਾਈਂਗ ਨਾਟ ਟੂ ਗੈਟ ਦੇਅਰ, ਲੇਕਿਨ ਇੱਕ ਚਾਪਲੂਸ ਮਾਡਲ ਆ ਗਿਆ ਸੀ ਬਈ 6-7 ਲੋਕ ਉਹਨੂੰ ਘੇਰਦੇ ਆ, ਲੌਬੀ ਨੂੰ, ਉਹ ਫੀਡ ਕਰਦੇ ਆ। ਜਿਹੜੇ ਚਾਪਲੂਸੀ ਕਰਦੇ ਉਹ ਕਾਮਯਾਬ ਪਹੁੰਚ ਜਾਂਦੇ। ਬੇਸਿਕਲੀ ਅਕਾਲੀ ਦਲ 'ਚ ਵੀ ਇਸ ਟਾਈਮ 3 ਦਰਬਾਰ ਨੇ, ਕੋਈ ਨੋਟਿਸ ਨਹੀਂ ਕਰ ਰਿਹਾ। ਉਹ 3 ਪੈਰਲਲ ਲੌਬੀਆਂ ਨੂੰ ਖੁਸ਼ ਕਰਨਾ ਪੈ ਰਿਹਾ। ਉਹ ਜਿਨ੍ਹਾਂ ਨੇ ਹੱਕ ਹਲਾਲ ਦੀ ਖਾਧੀ ਹੋਵੇ, ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਹੋਵੇ। ਹੁਣ ਮੇਰੇ ਫਾਦਰ ਨੇ 40 ਸਾਲ ਦਾ ਨਾਨ ਕੰਟਰੋਵਰਸ਼ੀਅਲ, ਨਾਨ ਕਰਪਟ ਕਰੀਅਰ ਬਤਾਇਆ ਹੈ। ਇੱਕ ਸਿੰਗਲ ਦਾਗ ਵੀ ਸਾਡੇ ਤੇ 40 ਸਾਲ 'ਚ ਨਹੀਂ ਹੈਗਾ। ਇੱਕੋ ਹੀ ਸਾਡੀ ਤੁਸੀਂ ਕਹਿ ਲਓ ਨੈਗੇਟਿਵਿਟੀ ਸੀ ਕਿ ਬਹੁਤ ਧਾਕੜ ਨੇ ਮੇਰੇ ਫਾਦਰ ਨੂੰ ਦਬੰਗ ਕਿਹਾ ਜਾਂਦਾ ਹੈ। ਉਹਦਾ ਰੀਜ਼ਨ ਹੈ ਕਿਉਂਕਿ ਉਹ ਲੋਕਾਂ ਦੇ ਖਿਲਾਫ ਧੱਕਾ ਨਹੀਂ ਬਰਦਾਸ਼ਤ ਕਰਦੇ, ਕਿਸੇ ਬਿਊਰੋਕਰੈਟ ਦੀ ਓਵਰ ਦ ਲਿਮਿਟ ਜੁਰਿਸਡਿਕਸ਼ਨ ਨਹੀਂ ਬਰਦਾਸ਼ਤ ਕਰਦੇ, ਕਿਸੇ ਹਲਕੇ ਦੇ ਆਪਣੇ ਲੋਕਾਂ ਦੇ ਉੱਤੇ ਪਰਚਾ ਹੋਣਾ ਜਾਂ ਕਿਸੇ ਫੈਮਿਲੀ 'ਚ ਕੋਈ ਫਿਊਡ ਹੋਣਾ, ਉਸ ਗੱਲ ਨੂੰ ਟੋਲਰੇਟ ਨਹੀਂ ਕਰਦੇ ਤੇ ਬੜੇ ਤਕੜੇ ਹੋ ਕੇ ਸਟੈਂਡ ਲੈਂਦੇ, ਲੋਕਾਂ ਦੇ ਦੁੱਖ ਸੁੱਖਾਂ 'ਚ ਸ਼ਾਮਲ ਹੁੰਦੇ ਆ। ਸਾਡੀ ਇਹੀ ਦਲੇਰੀ ਸ਼ਾਇਦ ਕੁਝ ਲੋਕਾਂ ਨੂੰ ਭਾਈ ਨਹੀਂ ਤੇ ਸਾਨੂੰ ਨੈਗੇਟਿਵ ਲੌਬਿੰਗ ਦਾ ਸ਼ਿਕਾਰ ਬਣਾਤਾ। ਤੁਸੀਂ ਇੱਕ ਬਿਜ਼ਨਸਮੈਨ ਹੋ, ਕਰੋੜਾਂ ਦਾ ਕਾਰੋਬਾਰ ਹੈ ਤੁਹਾਡਾ, ਸਿਆਸਤ ਵੱਲ ਇੱਧਰ ਆਉਣ ਦਾ ਕੋਈ ਖਾਸ ਵਜ੍ਹਾ ਇਹਦੇ ਵੱਲ? ਮੈਮ ਇਟ ਇਜ਼ ਵੈਰੀ ਕਲੀਅਰ, ਸਿਰਫ ਲੋਕਾਂ ਦੀ ਸੇਵਾ। ਹੁਣ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹਾਂ, ਸਾਨੂੰ ਆਈ ਥਿੰਕ ਫਸਟ ਜਾਂ ਸੈਕਿੰਡ ਤੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਜਾਂਦਾ, ਫੀਡ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਪੋਲੀਟੀਸ਼ੀਅਨਸ ਬੁਰੇ ਹੁੰਦੇ ਨੇ, ਪੋਲੀਟੀਸ਼ੀਅਨਸ ਕਰਪਟ ਹੁੰਦੇ ਨੇ। ਇਸ ਲਾਈਨ ਦੇ ਵਿੱਚ ਸਿਰਫ ਪੈਸੇ ਕਮਾਉਣ ਲਈ ਆਇਆ ਜਾਂਦਾ। ਆਈ ਵੁੱਡ ਨਾਟ ਡਿਨਾਈ ਦੈਟ 90% ਦਿਸ ਇਜ਼ ਟਰੂ, ਕਿਉਂਕਿ ਸਪੈਸ਼ਲੀ ਪੰਜਾਬ ਦਾ ਹਾਲਾਤ ਬਣ ਗਿਆ। ਇਸ ਟਾਈਮ ਇਹ ਬਿਜ਼ਨਸ ਬਣ ਕੇ ਰਹਿ ਗਿਆ। ਲੇਕਿਨ ਐਜ਼ ਯੂ ਸੈਡ, ਵੀ ਆਰ ਫਾਰ ਮੋਰ ਦੈਨ ਬਲੈਸਡ, ਗੋਡ ਹੈਜ਼ ਬੀਨ ਕਾਈਂਡ। ਸਾਨੂੰ ਇਹ ਛੋਟੀਆਂ ਗੱਲਾਂ ਵੱਲ ਦੇਖਣ ਦੀ ਲੋੜ ਨਹੀਂ, ਸਾਨੂੰ ਕਿਸੇ ਸੜਕਾਂ ਦੇ ਕਮਿਸ਼ਨਾਂ ਦੀ ਲੋੜ ਨਹੀਂ, ਸਾਨੂੰ ਲੋਕਾਂ ਦੇ ਘਰ ਪਾੜ ਕੇ ਉਹਨਾਂ ਦੇ ਰਾਜੀਨਾਮੇ ਕਰਾ ਕੇ ਕਿਸੇ ਚੀਜ਼ ਦੀ ਲੋੜ ਨਹੀਂ। ਵੀ ਆਰ ਫਾਰ ਬਲੈਸਡ। ਅਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ। ਇੱਦਾਂ ਨਾ ਕਰਦੇ ਕਿਸੇ ਰਿਲੀਜੀਅਸ ਤੌਰ 'ਤੇ ਕਰ ਦਿੰਦੇ, ਇੱਦਾਂ ਨਾ ਕਰਦੇ ਗੁਰਦੁਆਰਾ ਸਾਹਿਬ ਕਿਸੇ ਮੰਦਿਰ ਸੰਸਥਾ ਨਾਲ ਜੁੜ ਜਾਂਦੇ, ਕੋਈ NGO ਬਣਾ ਲੈਂਦੇ। ਸੇਵਾ ਤਾਂ ਕਰਦੇ ਹੀ ਰਵਾਂਗੇ, ਸੀਟਾਂ ਮਿਲਣੀਆਂ ਨਹੀਂ ਮਿਲਣੀਆਂ ਡਸ ਨਾਟ ਮੈਟਰ। ਇਹ ਸੇਵਾ ਨਹੀਂ ਕੋਈ ਵੀ ਰੋਕ ਸਕਦਾ। ਬਾਦਲਸ ਤੇ ਮੱਕੜਸ ਵਿੱਚ ਬਹੁਤ ਜ਼ਿਆਦਾ ਇਕੱਠੇ ਰਹੇ ਆ, ਚੰਗੀ ਦੋਸਤੀ ਤੇ ਨੇੜੇ ਦੇ ਬੰਦੇ ਜਾਣੇ ਗਏ ਆ, ਹਨਾ, ਕਾਈਂਡ ਆਫ ਸੱਜੀ ਬਾਂਹ ਕਿਹਾ ਜਾਂਦਾ ਸੀਗਾ। ਤੇ ਦੂਰੀਆਂ ਜਦੋਂ ਆਈਆਂ, ਤੁਹਾਨੂੰ ਲਾਈਕ ਪਰਸਨਲੀ ਕਿੱਦਾਂ ਹਿੱਟ ਕੀਤੀ ਆ ਚੀਜ਼? ਮੈਮ ਐਕਚੁਅਲੀ ਸਾਡੀ ਓਨੈਸਟੀ ਸਾਨੂੰ ਮਾਰ ਗਈ। ਵੀ ਵਰ ਪ੍ਰਕਾਸ਼ ਸਿੰਘ ਬਾਦਲਸ ਲੌਬੀ। ਹੀ ਇਜ਼ ਲਾਈਕ ਅ ਗ੍ਰੈਂਡਫਾਦਰ ਟੂ ਅਸ। ਮਤਲਬ ਯੂ ਵੋਂਟ ਬਿਲੀਵ, ਵੀ ਵਰ ਕਿਡਸ। ਮੇਰੇ ਕੋਲ ਅੱਜ ਵੀ ਬੈਡਰੂਮ ਦੇ ਵਿੱਚ ਪਿਕਚਰਸ ਲੱਗੀਆਂ। 40 ਦਿਨ ਆਪਣੀ ਇਲੈਕਸ਼ਨ ਕੈਂਪੇਨ ਦੇ ਵਿੱਚ ਉਹ ਸਾਡੇ ਘਰ ਆ ਕੇ ਰਹਿੰਦੇ ਸੀ। ਅੱਜ ਉਹ ਬੈਡਰੂਮ ਮੇਰੇ ਕੋਲ ਹੈ। ਵੀ ਯੂਜ਼ ਟੂ ਪਲੇ ਚੈਸ ਟੁਗੈਦਰ, ਵੀ ਯੂਜ਼ ਟੂ ਰੀਡ ਨੋਵਲਸ ਟੁਗੈਦਰ। ਹੀ ਇਜ਼ ਅ ਵੈਰੀ ਲਿਟਰੇਟ ਐਂਡ ਵੈਰੀ ਇੰਟੈਲੀਜੈਂਟ ਮੈਨ। ਲੇਕਿਨ ਉਹ ਜਿਵੇਂ ਪਾਰਟੀ ਦਾ ਸਮੀਕਰਨ ਬਦਲਿਆ, ਅਸੀਂ ਵਕਤ ਦੇ ਨਾਲ ਆਪਣੇ ਆਪ ਨੂੰ ਨਹੀਂ ਢਾਲ ਸਕੇ। ਸਾਡੇ ਕੋਲੋਂ ਉਹ ਚਾਪਲੂਸ ਮਾਡਲ ਦਾ ਪਾਰਟ ਨਹੀਂ ਬਣਿਆ ਗਿਆ। ਜਿਹੜੀ ਉਹ ਇਹਨਾਂ ਦੀ ਇਨਰ ਕਿਚਨ ਕੈਬਨਿਟ ਸੀ, ਉਹਨੇ ਸਾਨੂੰ ਗੁੱਡ ਬੁੱਕਸ ਦੇ ਵਿੱਚ ਨਹੀਂ ਰਹਿਣ ਦਿੱਤਾ, ਕਿਉਂਕਿ ਜੋ ਉਹ ਚਾਹੁੰਦੇ ਸੀ, ਜਿਹੜੀਆਂ 3 ਲੌਬੀਆਂ ਨੂੰ ਮੱਥੇ ਟੇਕਣੇ, ਉਹ ਸਾਡੇ ਕੋਲੋਂ ਨਹੀਂ ਸੀ ਕਰ ਹੋ ਰਿਹਾ। ਅਸੀਂ ਸਿੱਧੇ ਤੁਰੇ ਜਾਂਦੇ ਸੀ, ਦਲੇਰ ਹੋ ਕੇ ਲੋਕਾਂ ਦਾ ਕੰਮ ਕਰੀ ਜਾਂਦੇ ਸੀ, ਦੁੱਖ ਸੁੱਖਾਂ ਸ਼ਾਮਲ ਹੋਈ ਜਾਂਦੇ ਸੀ। ਸਾਨੂੰ ਲੋਕਾਂ ਦਾ ਪਿਆਰ ਮੈਟਰ ਕਰਦਾ। ਉਹੀ ਲੋਕਾਂ ਦੇ ਪਿਆਰ ਨੂੰ ਸਾਨੂੰ ਅੱਜ ਤੱਕ ਇੱਥੇ ਰੱਖਿਆ ਹੈ। ਅਸੀਂ ਬੜੇ ਈਜ਼ੀਲੀ, ਆਈ ਐਮ ਸੇਇੰਗ ਦਿਸ ਔਨ ਰਿਕਾਰਡ,
ਬੜੇ ਈਜ਼ੀਲੀ ਸਾਡੇ ਕੋਲ ਓਪਰਚੁਨਿਟੀ ਸੀ, ਅਸੀਂ ਕਿਸੇ ਹੋਰ ਸੀਟ ਤੇ ਅਕਾਲੀ ਦਲ ਤੋਂ ਹੀ ਲੜ ਸਕਦੇ ਸੀ। ਲੇਕਿਨ ਡੈਡ ਦੀ ਉਹ ਜ਼ਿੱਦ, ਜਲੰਧਰ ਕੈਂਟ ਹਲਕੇ ਦਾ ਸੁਧਾਰ, ਇੱਥੇ ਲੋਕਾਂ ਦੇ ਵਿੱਚ ਦੁੱਖ ਸੁੱਖਾਂ ਦੇ ਵਿੱਚ ਸ਼ਾਮਲ ਹੋ ਕੇ ਉਹਨੂੰ ਫੈਮਿਲੀ ਬਣਾ ਚੁੱਕੇ, ਦੇयर इज ਐਨ ਇਮੋਸ਼ਨਲ ਟੱਚ। ਉਸੇ ਕਨੈਕਟ ਨੇ ਸਾਨੂੰ ਮਜਬੂਰ ਕਰ ਦਿੱਤਾ ਔਰ ਸਾਡੀ ਪ੍ਰਮੋਸ਼ਨ ਕਰਾਤੀ ਕਿ ਅਸੀਂ ਫਿਰ ਇੱਕ ਨਵੇਂ ਰੂਪ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ, ਕਿਉਂਕਿ ਅਸੀਂ ਲੋਕਾਂ ਨਾਲ ਟੁੱਟਣਾ ਬਰਦਾਸ਼ਤ ਨਹੀਂ ਸੀ ਕਰ ਸਕਦੇ। ਜਿਵੇਂ 3 ਲੌਬੀਜ਼ ਦੀ ਗੱਲ ਕਰ ਰਹੇ ਹੋ, 3 ਲੌਬੀਜ਼ ਤੋਂ ਵਾਟ ਡੂ ਯੂ ਮੀਨ ਬਾਈ 3 ਲੌਬੀਜ਼? ਟਾਈਮ ਵਿਲ ਟੈਲ, ਯੂਲ ਸੀ ਆਲਰੇਡੀ। ਇਜ਼ ਦਿਸ ਨਾਟ ਦ ਟਾਈਮ? ਨਹੀਂ, ਦਿਸ ਇਜ਼ ਨਾਟ ਦ ਟਾਈਮ, ਪੀਪਲ ਵਿਲ ਸੀ। ਆਈ ਐਮ ਨਾਟ ਦ ਰਾਈਟ ਪਰਸਨ ਟੂ ਟਾਕ ਅਬਾਊਟ ਇਟ। ਜਿਹੜਾ ਲੋਕਾਂ ਦਾ ਫਤਵਾ ਹੈ, ਦੈਟ ਵਿਲ ਟੈਲ ਯੂ ਅਬਾਊਟ ਇਟ ਕਿ ਕਿਉਂ ਪਾਰਟੀ ਦਾ ਨੁਕਸਾਨ ਹੋਇਆ। 60-65 ਸੀਟਾਂ ਵਾਲੀ ਪਾਰਟੀ ਕਿਉਂ 30% ਤੇ ਆ ਕੇ ਸਿਮਟ ਗਈ ਔਰ ਕਿਉਂ ਉਹਨਾਂ ਦਾ ਨੁਕਸਾਨ ਹੋਇਆ। ਆਪਣੇ ਹੀ ਲੋਕਾਂ ਨੇ ਪਾਰਟੀ ਨੂੰ ਮਰਵਾਇਆ, ਡੋਬਿਆ। ਇਟ ਵਾਜ਼ ਅ ਗ੍ਰੇਟ ਪਾਰਟੀ, ਪੰਥਕ ਪਾਰਟੀ ਸੀ। ਜਦੋਂ 1920 'ਚ ਫਾਰਮ ਹੋਈ ਸੀ, ਇਹਦੇ ਪ੍ਰਿੰਸੀਪਲਸ ਕੁਝ ਹੋਰ ਸੀ, ਐਥਿਕਸ ਕੁਝ ਹੋਰ ਸੀ। ਅੱਜ ਇਹ ਕੁਝ ਹੋਰ ਬਣ ਕੇ ਰਹਿ ਗਈ। ਇਹ ਜਿਹੜੀ ਪ੍ਰਾਈਵੇਟ ਲਿਮਿਟਿਡ ਐਕਚੁਅਲੀ ਚਿਹਰਾ ਦਿਖਦਾ ਕੁਝ ਹੋਰ ਹੈ, ਕੰਟਰੋਲ ਪਾਰਟੀ ਨੂੰ ਕੋਈ ਹੋਰ ਕਰ ਰਿਹਾ। ਜਦੋਂ ਰਿਮੋਟ ਕੰਟਰੋਲ ਜਦੋਂ ਤੱਕ ਨਹੀਂ ਸਹੀ ਹੱਥਾਂ 'ਚ ਆਉਂਦਾ, ਉਦੋਂ ਤੱਕ ਇਹ ਦੁਬਾਰਾ ਓਰੀਜਨਲ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਨਾ। ਵੀ ਰਿਸਪੈਕਟ ਦ ਪੀਪਲ ਹੂ brought this party into lines, ਜਿਨ੍ਹਾਂ ਨੇ ਇੰਨੇ ਸਾਲਾਂ ਨੂੰ ਸਹੀ ਤਰੀਕੇ ਨਾਲ ਐਥਿਕਸ ਦੇ ਨਾਲ ਚਲਾਇਆ। ਇਸ ਟਾਈਮ ਉਹ ਥੋੜੇ ਜਿਹੇ ਡਿਸਟਰੈਕਟ ਹੋਏ ਨੇ। ਆਈ ਹੋਪ ਦੇ ਲਰਨ ਸੂਨ। ਜਦੋਂ ਸਰਬਜੀਤ ਜੀ ਨੇ ਬੀਜੇਪੀ ਜੁਆਇਨ ਕੀਤੀ, ਅਕਾਲੀ ਦਲ ਨੇ ਉਹਨਾਂ ਨੂੰ ਅਪਰੋਚ ਨਹੀਂ ਕੀਤਾ ਕਿ ਵਾਪਸ ਆ ਜਾਓ? ਅਪਰੋਚ ਕੀਤਾ, ਅਪਰੋਚ ਮੈਂ ਕਹਿਣਾ ਨਹੀਂ ਚਾਹੁੰਦਾ, ਅੱਜ ਤੱਕ ਚੱਲ ਰਹੀ ਹੈ। ਲੇਕਿਨ ਜਿੱਦਾਂ ਮੈਂ ਕਿਹਾ, ਅਸੀਂ ਬੜੇ ਸਿਧਾਂਤਾਂ ਵਾਲੇ ਲੋਕ ਹਾਂ। ਸਾਨੂੰ ਸਾਡੇ ਡੈਡ ਨੇ ਤੇ ਡੈਡ ਨੂੰ ਉਹਨਾਂ ਦੇ ਡੈਡ ਨੇ ਸਿਰਫ ਐਥਿਕ ਤੇ ਪ੍ਰਿੰਸੀਪਲ ਸਿਖਾਇਆ ਵੀ ਜਿੱਥੇ ਖੜ ਗਏ ਸਟੈਂਡ ਲੈ ਲਿਆ। ਜੇ ਇੱਕ ਗੱਲ ਮੂੰਹੋਂ ਕੱਢ ਦਿੱਤੀ ਤਾਂ ਉਹ ਤੋਂ ਵਾਪਸ ਨਹੀਂ ਪਿੱਛੇ ਮੁੜ ਕੇ ਦੇਖਣਾ। ਮੈਡਮ, ਮੈਂ ਤਾਂ ਆਪ ਕਿਹਾ ਸਾਡੇ ਤੋਂ 40 ਸਾਲ ਪਾਰਟੀ ਨਹੀਂ ਬਦਲ ਹੋਈ, ਬਦਲ ਹੋਣੀ ਵੀ ਨਹੀਂ ਸੀ। ਇਹ ਅਸੀਂ ਆਈ ਯੂਜ਼ ਟੂ ਕੰਡੈਮ ਦੋਜ਼ ਪੀਪਲ ਜੋ ਪਾਰਟੀਆਂ ਚੇਂਜ ਕਰਦੇ ਨੇ, ਲੇਕਿਨ ਇਹਨਾਂ ਨੇ ਸਾਨੂੰ ਛੱਡਿਆ, ਅਸੀਂ ਇਹਨਾਂ ਨੂੰ ਕਦੀ ਵੀ ਨਹੀਂ ਸੀ ਛੱਡਿਆ। ਤੇ ਹੁਣ ਰੱਬ ਮਿਹਰ ਕਰੇ ਅਸੀਂ ਦੁਬਾਰਾ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ। ਜੇ 40 ਸਾਲ ਇੱਕ ਪਾਰਟੀ 'ਚ ਨਿਕਲ ਗਏ, ਜਦੋਂ ਤੱਕ ਹੁਣ ਸਾਹ ਚੱਲੇਗਾ ਬੀਜੇਪੀ 'ਚ ਹੀ ਰਵਾਂਗੇ, ਲੋਕਾਂ ਦੀ ਸੇਵਾ ਕਰਾਂਗੇ ਔਰ ਇਸੇ ਹਲਕੇ 'ਚ ਹੀ ਹਾਜ਼ਰ ਰਵਾਂਗੇ, ਨੋ ਮੈਟਰ ਵਾਟ, ਅੰਡਰ ਵਾਟ ਐਵਰ ਸਰਕਮਸਟੈਂਸਿਸ। ਤੁਸੀਂ ਵੀ ਬੀਜੇਪੀ ਵੱਲ ਜਾਓਗੇ ਐਤਕੀ? ਮੈਂ ਜਾਊਂਗਾ ਮੈਮ। ਐਤਕੀ ਜਾਂ ਆਉਣ ਵਾਲੇ ਟਾਈਮ? ਮੈਂ ਆਲਰੇਡੀ ਬੀਜੇਪੀਆਂ ਸੀ। ਬੀਜੇਪੀ ਮੇਰੇ ਦਿਲ ਦੇ ਕਰੀਬ ਹੈ। ਮੈਂ ਆਫੀਸ਼ੀਅਲੀ ਹਲੇ ਮੈਂ ਜੁਆਇਨਿੰਗ ਪਹਿਲਾਂ ਤੱਕੜੀ ਸੀ, ਬੜੀ ਛੇਤੀ ਦਿਲ ਬਦਲ ਗਿਆ। ਤੁਸੀਂ ਦਿਲ ਕਹਿ ਰਹੇ ਹੋ, ਸਾਡੇ ਖੂਨ 'ਚ ਵੀ ਤੱਕੜੀ ਸੀ। ਮੈਂ ਤਾਂ ਕਹਿੰਦਾ ਤੁਸੀਂ ਸਾਨੂੰ ਸਾਡਾ ਕਦੀ ਬਲੱਡ ਵੀ ਡ੍ਰੌਪ ਹੁੰਦਾ ਤੇ ਸ਼ਾਇਦ ਉਹ 'ਚੋਂ ਤੱਕੜੀ ਬਣ ਜਾਂਦੀ। ਤੱਕੜੀ ਨੇ ਸਾਨੂੰ ਕੱਢਿਆ ਮੈਮ। ਵੀ ਵਰ ਵੈਰੀ ਓਨੈਸਟ, ਵੈਰੀ ਸਿੰਸੀਅਰ। ਲੇਕਿਨ ਉਹ ਬਿਜ਼ਨਸ ਮਾਡਲ ਦਾ ਪਾਰਟ ਨਹੀਂ ਬਣ ਸਕੇ। ਅਸੀਂ ਉਹ ਇਨਵੈਸਟਰ ਸਮਿਟ ਦਾ ਪਾਰਟ ਨਹੀਂ ਬਣ ਸਕੇ ਜਿਹੜੀ ਇਹ ਚਾਹੁੰਦੇ ਸੀ। ਲੇਕਿਨ ਜੋ ਹੁੰਦਾ ਚੰਗੇ ਵਾਸਤੇ ਹੁੰਦਾ। ਗੋਡ ਇਜ਼ ਕਾਈਂਡ, ਹੀ ਹੈਜ਼ ਬਿਗਰ ਪਲਾਨਸ। ਜਿੱਥੇ ਉਹਨੇ ਸਾਨੂੰ ਲਿਆ ਕੇ ਲੈਂਡ ਕਰਾਤਾ, ਅਸੀਂ ਕਦੇ ਵੀ ਨਹੀਂ ਸੀ ਸੋਚਿਆ। ਵੀ ਆਰ ਬਲੈਸਡ। ਔਰ ਅਸੀਂ ਫਸਟ ਟਾਈਮ ਬੀਜੇਪੀ ਜਦੋਂ ਪੰਜਾਬ ਦੇ ਵਿੱਚ ਇਕੱਲੀ ਲੜ ਰਹੀ ਹੈ, ਇਹ ਨਾਮ ਹਿਸਟਰੀ ਦੇ ਵਿੱਚ ਲਿਖਿਆ ਜਾਏਗਾ। ਵੀ ਆਰ ਪ੍ਰਾਊਡ ਟੂ ਬੀ ਅ ਪਾਰਟ ਆਫ ਇਟ। ਬੀਇੰਗ ਅ ਯੂਥ, ਨੌਜਵਾਨਾਂ ਨੂੰ ਕੀ ਸੁਪਨੇ ਦਿਖਾ ਰਹੇ ਹੋ? ਨੌਜਵਾਨਾਂ ਨੂੰ ਸੁਪਨੇ ਨਹੀਂ ਦਿਖਾਉਣੇ। ਮੇਰਾ ਸਿਰਫ ਮਕਸਦ ਹੈ ਨੌਜਵਾਨ ਪਹਿਲਾਂ ਤੇ ਟਰੈਕ ਤੇ ਆਏ, ਨੌਜਵਾਨ ਲੜਾਈ ਲੜਨੀ ਸਿੱਖੇ, ਨੌਜਵਾਨ ਸੋਸ਼ਲ ਮੀਡੀਆ ਤੇ ਕੰਪਲੇਂਟ ਨਾ ਕਰੇ। ਬ੍ਰੇਨ ਡਰੇਨ ਨੂੰ ਫਿਨਿਸ਼ ਕਰਨਾ ਬਹੁਤ ਜ਼ਰੂਰੀ ਹੈ ਮੈਮ। ਹਰ ਪੰਜਾਬੀ ਬਾਹਰ ਜਾ ਰਿਹਾ। ਹੁਣ ਤਾਂ ਚੰਗੇ ਚੰਗੇ ਲੋਕ ਜਾਣ ਲੱਗ ਗਏ। ਸੱਚ ਪੁੱਛੋ, ਸਾਡਾ ਵੀ ਦਿਲ ਕਰਦਾ ਸਭ ਛੱਡ ਕੇ ਬਾਹਰ ਚਲੇ ਜਾਈਏ, ਕਿਉਂਕਿ ਸਿਸਟਮ ਬੜਾ ਖਰਾਬ ਹੈ। ਲੇਕਿਨ ਜੇ ਸਾਰੇ ਬਾਹਰ ਭੱਜਣ ਲੱਗ ਗਏ ਤਾਂ ਲੜਾਈ ਕੌਣ ਲੜੂਗਾ? ਮੈਨੂੰ ਲੱਗਦਾ ਸਾਡਾ ਸ਼ਹੀਦਾਂ 'ਚ ਨਾਮ ਆਊਗਾ ਇਸ ਗੱਲ ਦੀ। ਹੁਣ 67,000 ਕਰੋੜ ਦਾ ਲੈਂਡ ਰੀਸੈਂਟਲੀ ਸੈਲ ਆਫ ਹੋਇਆ, ਜਿਹਦੇ ਅਗੇਂਸਟ ਜ਼ਿਮੀਂਦਾਰਾਂ ਦੇ ਬੱਚੇ, ਸ਼ਹਿਰੀਆਂ ਦੇ ਬੱਚੇ ਬਾਹਰਲੇ ਕੰਟਰੀਜ਼ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾ ਰਹੇ ਨੇ। ਦਿਸ ਹੈਜ਼ ਟੂ ਸਟਾਪ। ਉਹ ਕਿੱਦਾਂ ਸਟਾਪ ਹੋਏਗਾ? ਜਦੋਂ ਅਸੀਂ ਮੀਡੀਅਮ ਬਣਾਂਗੇ, ਸੈਂਟਰ ਦੇ ਵਿੱਚੋਂ ਪੰਜਾਬ ਲਈ ਇੰਡਸਟਰੀਜ਼ ਲੈ ਕੇ ਆਵਾਂਗੇ, ਕ੍ਰੌਪ ਡਾਇਵਰਸੀਫਿਕੇਸ਼ਨ ਲੈ ਕੇ ਆਵਾਂਗੇ, ਬੈਟਰ ਟੈਕਸ ਸਕੀਮਸ ਲੈ ਕੇ ਆਵਾਂਗੇ, ਐਡਵਾਂਟੇजेस ਲੈ ਕੇ ਆਵਾਂਗੇ, ਇੰਪਲੋਇਮੈਂਟ ਜਨਰੇਸ਼ਨ ਹੋਏਗੀ, ਹੈਲਥ ਮੈਡੀਕਲ ਇਨਫਰਾਸਟ੍ਰਕਚਰ ਆਏਗਾ, ਐਜੂਕੇਸ਼ਨ ਆਏਗੀ। ਮੈਮ ਅਸੀਂ ਦੇਖੋ, ਜਦੋਂ ਦੇ ਜੰਮੇ ਆ ਸਾਡੇ ਪੰਜਾਬ ਦੇ ਕੋਲ ਯੂਨੀਵਰਸਿਟੀਜ਼ ਹੀ ਦੋ ਨੇ, ਕਦੀ ਕੋਈ ਯੂਨੀਵਰਸਿਟੀ ਨਹੀਂ ਆਈ। ਇਹ ਵਾਅਦੇ ਸਾਰੀਆਂ ਪਾਰਟੀਆਂ ਕਰ ਰਹੀਆਂ। ਮੈਮ ਤੁਹਾਡੇ ਸਾਹਮਣੇ ਆ ਜਾਣਾ, ਹੂ ਹੈਜ਼ ਦ ਪਾਵਰ। ਹੁਣ ਵਾਅਦੇ ਦੀ ਗੱਲ ਸੁਣੋ। ਜੋ ਕਾਂਗਰਸ ਨੇ ਅਨਾਉਂਸ ਕੀਤਾ ਕਿ ਅਸੀਂ 2,000 ਰੁਪਏ ਪਰ ਮੰਥ ਪਰ ਲੇਡੀ ਦੇਵਾਂਗੇ। ਉਸ ਤੋਂ ਇਲਾਵਾ ਅਸੀਂ 10th ਦੇ ਵਿੱਚ ਜਦੋਂ ਬੱਚਾ ਐਡਮਿਸ਼ਨ ਲਏਗਾ ਉਦੋਂ ਕੁੜੀਆਂ ਨੂੰ ਪੈਸੇ ਦੇਵਾਂਗੇ, ਹੈਲਪ ਦੇਵਾਂਗੇ। +2 ਦੀ ਐਡਮਿਸ਼ਨ ਦੇ ਵਿੱਚ ਫਿਰ ਫੰਡਸ ਦੇਣਗੇ। ਕਾਲਜ ਦੀ ਐਡਮਿਸ਼ਨ 'ਤੇ ਤਾਂ ਸਕੂਟੀ ਵੀ ਦੇਣਗੇ, ਲੈਪਟਾਪ ਵੀ ਦੇਣਗੇ, ਫੰਡਸ ਵੀ ਦੇਣਗੇ। ਦਿਸ ਟਰਨਸ ਆਊਟ ਟੂ ਬੀ ਅਬਾਊਟ 40,000 ਕਰੋੜ ਰੁਪੀਸ ਐਨੂਅਲੀ। ਲੇਕਿਨ 40,000 ਕਰੋੜ ਦੀ ਤਾਂ ਪੰਜਾਬ ਦੇ ਕੋਲ ਆਮਦਨੀ ਨਹੀਂ ਹੈ। ਇਹ ਤਾਂ ਟੋਟਲੀ ਗੱਪਾਂ ਮਾਰ ਰਹੇ ਨੇ। ਜੋ ਅਕਾਲੀ ਦਲ ਅਨਾਉਂਸ ਕਰ ਰਿਹਾ, ਉਹਦਾ ਬਜਟ 65,000 ਕਰੋੜ ਰੁਪੀਸ ਸਾਲ ਦਾ ਬਣ ਰਿਹਾ। ਉਹ ਕਿੱਥੋਂ ਦੇਣਗੇ? ਆਈ ਫੇਲ ਟੂ ਅੰਡਰਸਟੈਂਡ। ਕੌਣ ਆਪਦੀ ਪਾਕਟ 'ਚੋਂ ਲਿਆ ਕੇ ਦੇਗਾ? ਹੁਣ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ, ਜਿਹਨੇ ਬੜੀ ਅੱਛੀ ਤਰ੍ਹਾਂ ਲੋਕਾਂ ਨੂੰ ਵੂ ਕੀਤਾ ਤੇ ਲੋਰ ਕਰ ਲਿਆ। ਆਮ ਆਦਮੀ ਪਾਰਟੀ ਇੱਕ
ਦਿੱਲੀ ਮਾਡਲ ਦੀ ਗੱਲ ਕਰ ਰਹੀ, ਉਹ ਦਿੱਲੀ ਮਾਡਲ ਤਾਂ ਐਗਜ਼ਿਸਟ ਹੀ ਨਹੀਂ ਕਰਦਾ। ਉਹ ਦਿੱਲੀ ਮਾਡਲ ਸਿੱਧੂ ਸਾਹਿਬ ਦੇ ਪੰਜਾਬ ਮਾਡਲ ਵਾਲਾ ਹਾਲ ਹੈ। ਉਹ ਮੈਂ ਤੇ ਕੁਰਸੀ ਦਾ ਮਾਡਲ ਹੈ, ਕੁਰਸੀ ਤੱਕ ਸੀਮਤ ਹੈ। ਲਾਸਟ ਟਾਈਮ ਵੀ ਆਮ ਆਦਮੀ ਨੇ ਅੱਛੀ ਸੀਟਾਂ ਲੈ ਲਈਆਂ ਸੀ ਲੋਕਾਂ ਨੂੰ ਵੂ ਕਰਕੇ, ਲੇਕਿਨ 22 ਚੋਂ 12 ਤਾਂ ਸੰਭਾਲ ਨਹੀਂ ਹੋਏ। ਤਗੜੇ ਲੋਕ ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ, ਫੂਲਕਾ ਸਾਹਿਬ, ਸੁਖਪਾਲ ਸਿੰਘ ਖਹਿਰਾ, ਬੜੇ ਓਨੈਸਟ ਲੋਕ ਆਏ, ਗੁਰਪ੍ਰੀਤ ਘੁੱਗੀ ਆਇਆ। ਇਹਨਾਂ ਨੇ ਤਾਂ ਉਹਨਾਂ ਨੂੰ ਛਾਂਟ ਕੇ ਰੱਖ ਦਿੱਤਾ, ਕਿਉਂਕਿ ਸੇਮ ਉਹੀ ਹੋ ਰਹੀ ਸੀ ਜੋ ਅਕਾਲੀ ਦਲ 'ਚ ਹੋ ਰਹੀ ਹੈ ਕਿ ਬਿਜ਼ਨਸ ਮਾਡਲ ਦਾ ਪਾਰਟ ਨਹੀਂ ਬਣ ਪਾ ਰਹੇ ਸੀ। ਜਿਹੜਾ ਬੰਦਾ ਆਵਾਜ਼ ਚੱਕਦਾ, ਜਿਹੜਾ ਬੰਦਾ ਗਲਤ ਨੂੰ ਗਲਤ ਕਹਿੰਦਾ, ਉਹ ਅੱਜ ਕੱਲ੍ਹ ਪਾਰਟੀਆਂ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਇਹ ਰਿਵਾਇਤੀ ਪਾਰਟੀਆਂ ਦੀ ਪ੍ਰੋਬਲਮ ਸੀ, ਸਟੇਟ ਪਾਰਟੀਜ਼ ਦੀ। ਆਈ ਥਿੰਕ ਦਿਸ ਨੀਡਸ ਟੂ ਚੇਂਜ, ਇਟਸ ਹਾਈ ਟਾਈਮ। ਤੇ ਹੋਏਗਾ, ਇਹਨਾਂ ਨੂੰ ਸੈਂਟਰ 'ਚੋਂ ਲਿਆ ਕੇ ਦੇਵਾਂਗੇ ਅਸੀਂ। ਲੱਕੀਲੀ ਵੀ ਡੋਂਟ ਨੀਡ ਟੂ ਗੋ ਥਰੂ ਅ ਚੈਨਲ ਐਨੀ ਮੋਰ। ਹੁਣ ਅਸੀਂ ਸੈਂਟਰ 'ਚੋਂ ਸਿੱਧਾ ਲੋਕਾਂ ਦੀ ਸਹੂਲਤਾਂ ਵਾਸਤੇ ਫੰਡਸ ਵੀ ਲਿਆ ਸਕਦੇ ਹਾਂ, ਸਕੀਮਸ ਵੀ ਲਿਆ ਸਕਦੇ ਹਾਂ। ਪਿਛਲੇ ਕਈ ਡੈਕੇਡਸ ਦੇ ਵਿੱਚ ਕਿਸੇ ਵੀ ਪਾਰਟੀ ਨੇ ਰਾਜ ਕਰਦਿਆਂ ਹੋਇਆਂ ਇੰਡਸਟਰੀ ਦੀ ਕੋਈ ਡਿਮਾਂਡ ਨਹੀਂ ਕੀਤੀ। ਕਿਸੇ ਇਨਵੈਸਟਰ ਸਮਿਟ ਦੇ ਵਿੱਚ ਕੋਈ ਵੀ ਇਨਵੈਸਟਮੈਂਟ ਪੰਜਾਬ ਨੂੰ ਨਹੀਂ ਆਈ। ਰਾਦਰ ਜਿੰਨੀਆਂ ਇੰਡਸਟਰੀਆਂ ਸੀ ਉਹ ਵੀ ਹਿਮਾਚਲ ਪ੍ਰਦੇਸ਼, ਗੁਜਰਾਤ ਤੇ ਹੋਰ ਸਟੇਟਾਂ ਦੇ ਵਿੱਚ ਅਟਰੈਕਟ ਹੋ ਕੇ ਚਲੇ ਗਈ। ਹੁਣ ਜੰਮੂ ਐਂਡ ਕਸ਼ਮੀਰ ਐਟ ਪ੍ਰੈਜ਼ੈਂਟ 10 ਸਾਲ ਦਾ ਇਨਕਮ ਟੈਕਸ ਫ੍ਰੀ ਜ਼ੋਨ ਦੇ ਰਿਹਾ, ਔਰ ਬਿਨਾਂ ਵਿਆਜ ਤੋਂ ਕਿਸ਼ਤਾਂ ਤੇ ਜ਼ਮੀਨ ਦੇ ਰਿਹਾ ਇੰਡਸਟਰੀ ਵਾਸਤੇ। 3 ਟਾਈਮਸ ਯੋਰ ਇਨਵੈਸਟਮੈਂਟ, ਯਾਨੀ ਕਿ 1 ਕਰੋੜ ਦੀ ਤੁਸੀਂ ਫੈਕਟਰੀ ਲਾਉਂਦੇ ਹੋ ਤੇ 3 ਕਰੋੜ ਦਾ ਟੈਕਸ ਬੈਨੀਫਿਟ, 100 ਕਰੋੜ ਦੀ ਇਨਵੈਸਟਮੈਂਟ ਕਰਦੇ ਹੋ 300 ਕਰੋੜ ਦਾ ਟੈਕਸ ਬੈਨੀਫਿਟ ਤੁਹਾਨੂੰ ਦੇ ਰਹੇ ਨੇ। ਇਹ ਗੱਲਾਂ ਪੰਜਾਬ ਦੇ ਵਿੱਚ ਕੌਣ ਉਠਾਏਗਾ ਮੈਡਮ? ਇਹ ਅਸੀਂ ਉਠਾਵਾਂਗੇ। ਜਿਹੜੀ ਗਲੀਆਂ, ਨਾਲੀਆਂ ਤੇ ਸੜਕਾਂ ਦੀ ਪੋਲਿਟਿਕਸ ਤੋਂ ਉੱਪਰ ਉਠਾ ਕੇ ਇਨਫਰਾਸਟ੍ਰਕਚਰ ਵਾਸਤੇ ਮੈਂ ਕੁਝ ਚੀਜ਼ਾਂ ਸਟੱਡੀ ਕਰ ਰਿਹਾ ਸੀ। ਹੁਣ 83% ਟਿਊਬਵੈਲ ਜਿਹੜੇ ਪੰਜਾਬ ਦੇ ਨੇ, ਦੇ ਆਰ ਆਲਰੇਡੀ ਦ ਵਾਟਰ ਲੈਵਲ ਇਜ਼ ਬਿਲੋ 300 ਫੀਟ। ਇਹਦੇ ਬਾਰੇ ਕਿਉਂ ਨਹੀਂ ਕੋਈ ਗੱਲ ਕਰ ਰਿਹਾ? ਹਰ ਬੰਦਾ ਸੜਕਾਂ ਗਿਣਾ ਰਿਹਾ। ਵੱਡੇ ਮਿਨਿਸਟਰਾਂ ਦੇ ਮੈਂ ਇੰਟਰਵਿਊਜ਼ ਸੁਣ ਰਿਹਾ ਨਾ ਐਕਟਿਵਲੀ, ਉਹ ਆਪਣੇ ਪੈਚ ਵਰਕ ਹੀ ਗਿਣਾਈ ਜਾ ਰਹੇ ਨੇ, ਜਾਂ ਕਮਿਊਨਲ ਪੋਲਿਟਿਕਸ ਖੇਲ ਕੇ ਡਿਵਾਈਡ। ਕਿਹਦੀ ਗੱਲ ਕਰ ਰਹੇ ਹੋ ਪੈਚ ਵਰਕ ਦਾ? ਕਹੀਏ ਤਾਂ ਨਹੀਂ, ਜੋ ਤੁਸੀਂ ਸੋਚ ਰਹੇ ਹੋ ਮੈਂ ਉਹੀ ਨਹੀਂ। 90% ਪੋਲੀਟੀਸ਼ੀਅਨਸ ਇਹੀ ਗਿਣਾ ਰਹੇ ਨੇ, ਸੜਕਾਂ ਗਲੀਆਂ। ਸਾਡੇ ਆਪਦੇ ਹਲਕੇ ਦਾ ਹਾਲ ਸੁਣ ਲਓ ਮੈਮ। 9 ਸਾਲ ਇੱਕ ਬੰਦੇ ਨੇ ਰਾਜ ਕੀਤਾ, 2 ਡਿਫਰੈਂਟ ਪਾਰਟੀਆਂ ਤੋਂ। 9 ਸਾਲ ਦੇ ਵਿੱਚ ਇੱਥੇ ਕੋਈ ਵੀ ਕੰਮ ਨਹੀਂ ਹੋਇਆ। ਹੁਣ ਜਦੋਂ ਇਲੈਕਸ਼ਨ ਆ ਗਈ, ਜਦੋਂ ਛੋਟੇ ਤੋਂ ਛੋਟਾ ਬੱਚਾ ਵੀ ਜਾਣਦਾ, ਪ੍ਰਗਟ ਸਿੰਘ ਬਾਰੇ ਗੱਲ ਕੀਤੀ। ਪ੍ਰਗਟ ਸਿੰਘ ਬਾਰੇ ਮੈਂ ਓਪਨਲੀ ਗੱਲ ਕਰ ਰਿਹਾ। ਬੱਚਾ ਜਾਣਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸੜਕਾਂ ਨਹੀਂ ਪਾਈਆਂ ਜਾਂਦੀਆਂ, ਲੁੱਕ ਤੇ ਸਮੱਗਰੀ ਟਿਕਿਆ ਨਹੀਂ ਕਰਦੀ। ਤਾਂ ਉਹਨਾਂ ਦੀਆਂ ਕਿਹੜੀਆਂ ਕਮੀਆਂ ਜਿਹੜੀਆਂ ਤੁਸੀਂ ਪੂਰੀਆਂ ਕਰੋਗੇ ਜੇ ਆ ਗਏ ਤਾਂ? ਮੈਡਮ, ਉਹਨਾਂ ਦੀ ਕੁਆਲਿਟੀ ਕੋਈ ਨਹੀਂ। ਕੁਆਲਿਟੀ ਕੀ ਹੈ? ਜਸਟ ਦੈਟ ਹੀ ਵਾਸ ਅ ਗੁੱਡ ਸਪੋਰਟਸਮੈਨ। ਉਹ ਅੱਜ ਤੱਕ ਆਪਣੇ ਸਪੋਰਟਸ ਦੀਆਂ ਗੱਲਾਂ, ਆਪਣੇ ਗੋਲਸ ਹੀ ਗਿਣਾਈ ਜਾ ਰਹੇ ਨੇ। ਪੋਲੀਟੀਕਲ ਗੋਲਸ ਤਾਂ ਗਿਣਾ ਦਿਓ ਆਪਦੇ, ਤੁਸੀਂ ਪੂਰਾ ਕੀ ਕੀਤਾ? 947 ਕਰੋੜ ਦਾ ਤੁਸੀਂ ਫੰਡ ਲਿਆ ਸਮਾਰਟ ਸਿਟੀ ਤੇ ਪੰਜਾਬ ਸਰਕਾਰ ਤੋਂ। ਵਾਟ ਹੈਵ ਯੂ ਡਨ ਵਿਦ ਦੈਟ? 47 ਕਰੋੜ ਵੀ ਨਹੀਂ ਲੱਗਾ। ਦੁਨੀਆ ਦਾ ਹਾਲ ਤਾਂ ਦੇਖੋ ਮੈਮ। ਕਦੀ ਇਫ ਯੂ ਗੈਟ ਅ ਚਾਂਸ, ਟੇਕ ਦ ਕੈਮਰਾ, ਕਿਸੇ ਰੈਂਡਮ ਜਗ੍ਹਾ ਤੇ ਚਲੇ ਜਾਓ। ਮੈਂ ਤਾਂ ਹੋ ਸਕਦਾ ਹੈ ਟਿਲਟਡ ਹੋਵਾਂ, ਇੱਕ ਤਰਫੀ ਗੱਲ ਕਰਾਂ। ਯੂ ਰੈਂਡਮਲੀ ਗੋ ਆਸਕ ਪੀਪਲ, ਲੋਕ ਕਿੰਨੇ ਦੁਖੀ ਨੇ, ਕੀ ਦੁਹਾਈਆਂ ਦੇ ਰਹੇ ਨੇ ਲੋਕਾਂ ਨੂੰ। ਮੈਂ ਕਹਿ ਰਿਹਾ ਨਾ, ਨਾਲੀਆਂ ਗਲੀਆਂ ਦੀ ਪੋਲਿਟਿਕਸ ਤੋਂ ਉੱਪਰ ਨਹੀਂ ਉੱਠਣ ਦੇ ਰਹੇ ਲੋਕਾਂ ਨੂੰ। ਅੱਛੀ ਓਪਰਚੁਨਿਟੀਜ਼ ਔਰ ਇੰਪਲੋਇਮੈਂਟ ਜਨਰੇਸ਼ਨ, ਇੰਡਸਟਰੀ, ਇਹ ਤਾਂ ਬਹੁਤ ਦੂਰ ਦੇ ਸੁਪਨੇ ਆ। ਇਹ ਮੈਂ ਨਾ ਉਹਨੂੰ ਬਹੁਤ ਸੁਣਦਾ ਹੈ, ਦਿਸ ਯੂਥ ਲੀਡਰ ਰਾਜਾ ਵੜਿੰਗ ਫਰੋਮ ਕਾਂਗਰਸ। ਉਹਨੇ ਇੱਕ ਵਾਰੀ ਕਿਤੇ ਸਲਿਪ ਆਫ ਟੰਗ ਕਰਕੇ ਕਿਸੇ ਮੀਟਿੰਗ ਦੇ ਵਿੱਚ ਕਹਿਤਾ ਕਿ ਸਾਨੂੰ ਕਾਂਗਰਸ ਦੇ ਵਿੱਚ ਇੱਕ ਗੱਲ ਸਿਖਾਈ ਜਾਂਦੀ ਹੈ ਕਿ ਲੋਕਾਂ ਨੂੰ ਜ਼ਿਆਦਾ ਦੁਨੀਆ ਨਾ ਦਿਖਾਓ, ਵੋਟਰ ਨੂੰ ਬੜਾ ਉੱਪਰ ਨਾ ਉਠਾਓ। ਜੇ ਤੁਸੀਂ ਸੜਕਾਂ ਬਣਾਤੀਆਂ, ਤੁਹਾਡੇ ਕੋਲ ਹਸਪੀਟਲ ਮੰਗਣਗੇ, ਹਸਪੀਟਲ ਦੇਤੇ ਤੁਹਾਡੇ ਕੋਲ ਇੰਡਸਟਰੀ ਮੰਗਣਗੇ। ਇਹਨਾਂ ਨੂੰ ਬਹੁਤਾ ਐਕਸਪੋਜ਼ਰ ਨਾ ਦਿਓ। ਉਹ ਕਹਿੰਦੇ ਇਹਨਾਂ ਨੂੰ ਇੰਨੇ ਲਿਮਿਟਡ ਰਿਸੋਰਸਿਸ ਦਿਓ ਕਿ ਇਹ ਬਾਲੀ ਦੁਨੀਆ ਦੇਖ ਹੀ ਨਾ ਸਕਣ, ਬੜਾ ਉੱਠ ਹੀ ਨਾ ਸਕਣ। ਉਹੀ ਸਾਡੇ ਨਾਲ ਹੋ ਰਿਹਾ। ਇਹ ਰਾਜਾ ਵੜਿੰਗ ਤੁਹਾਡੀ ਇਨਸਪੀਰੇਸ਼ਨ ਬਣੇ ਹੋਏ ਆ? ਨਹੀਂ, ਮੈਂ ਆਈ ਕੀਪ ਐਨ ਐਕਟਿਵ ਚੈੱਕ, ਕੌਣ ਕੀ ਕਰ ਰਿਹਾ, ਕੌਣ ਆਤਿਸ਼ਬਾਜ਼ੀ ਕਿੱਦਾਂ ਵੇਚ ਰਿਹਾ, ਕੌਣ ਕਿਹੜੀ ਗੱਪਾਂ ਮਾਰ ਰਿਹਾ। ਮੈਨੂੰ ਚੰਗਾ ਲੱਗਦਾ ਦੇਖਣਾ ਵੀ ਅੱਜ ਕੱਲ੍ਹ ਕੀ ਹੋ ਰਿਹਾ। ਜਿਵੇਂ ਹੁਣ ਸਾਡੇ ਹਲਕੇ 'ਚ ਵੀ ਦੇਰ ਇਜ਼ ਅ ਆਊਟਸਾਈਡਰ ਪੈਰਾਸ਼ੂਟ ਕੈਂਡੀਡੇਟ ਥੀਸ ਡੇਜ਼ ਫਰੋਮ, ਚਲੋ ਆਈਲ ਬੀ ਓਪਨ ਅਬਾਊਟ ਇਟ, ਜਿਨ੍ਹਾਂ ਨੇ ਸਾਨੂੰ ਰਿਪਲੇਸ ਕੀਤਾ, ਜਗਬੀਰ ਸਿੰਘ ਬਰਾੜ ਜੀ ਨੇ। ਮੇਰੇ ਤੋਂ ਬਹੁਤ ਵੱਡੇ ਨੇ, ਮੇਰੇ ਸਤਿਕਾਰਯੋਗ ਨੇ, ਲੇਕਿਨ ਵਟ ਐਵਰ ਪ੍ਰੋਮਿਸਿਸ ਹੀ ਇਜ਼ ਮੇਕਿੰਗ ਇਜ਼ ਨਾਟ ਪੋਸੀਬਲ। ਤੇ ਜੇ ਉਹ ਪੋਸੀਬਲ ਹੈਗੇ ਤੇ ਪਹਿਲੇ 5 ਸਾਲ ਐਜ਼ MLA ਇੱਥੇ ਰਾਜ ਕਰ ਗਏ ਨੇ, ਉਦੋਂ ਕਿਉਂ ਨਹੀਂ ਕਰਾਏ? 15 20 ਸਾਲ ਦੇ ਕੂੜਿਆਂ ਦੇ ਡੰਪ ਪਏ ਨੇ, ਲੋਕਾਂ ਦੀ ਕਰੋੜਾਂ ਰੁਪਏ ਦੀ ਕੋਠੀਆਂ ਔਰ ਘਰਾਂ ਦੇ ਬਾਹਰ ਗਾਰਬੇਜ ਮਾਊਂਟੇਨਸ ਬਣੇ ਹੋਏ ਨੇ, ਉਹਨਾਂ ਦਾ ਹੱਲ ਕਿਉਂ ਨਹੀਂ ਕਰਾਇਆ? ਅੱਜ ਕਹਿੰਦੇ ਨੇ ਮੈਂ ਕੰਟੋਨਮੈਂਟ ਨੂੰ ਉਹਦੀ ਰਜਿਸਟਰੀਆਂ ਅਲਾਉ ਕਰਾਊਂਗਾ। ਜਦੋਂ 5 ਸਾਲ MLA ਸੀ ਉਦੋਂ ਕਿਉਂ ਨਹੀਂ ਇਹ ਆਵਾਜ਼ ਚੱਕੀ? ਜਦੋਂ ਸੀਵਰੇਜ ਟ੍ਰੀਟਮੈਂਟ ਦੀ ਪ੍ਰੋਬਲਮ ਸੀ ਉਦੋਂ ਕਿਉਂ ਨਹੀਂ ਚੱਕੀ? ਇਹਨਾਂ ਨੂੰ ਸੈਕਿੰਡ ਟੈਨਿਓਰ ਦੀ ਕਿਉਂ ਲੋੜ ਪੈ ਜਾਂਦੀ? 5 ਸਾਲ ਤਾਂ ਬਹੁਤ ਜ਼ਿਆਦਾ ਹੁੰਦੇ ਮੈਮ ਜ਼ਿੰਦਗੀ 'ਚ ਕਿਸੇ ਦਾ ਭਲਾ ਕਰਨ ਵਾਸਤੇ। ਵਾਈ ਡੂ ਦੇ ਵੇਟ ਫॉर 2 or 3 ਟੈਨਿਓਰਸ ਟੂ ਗੈਟ ਦੇਅਰ? ਮੈਂ ਇਹ ਗੱਲ ਨਹੀਂ ਸਮਝ ਪਾ ਰਿਹਾ। ਮੇਰੇ ਖਿਆਲ ਨਾਲ ਇੱਕ MLA ਇਨ ਪਾਵਰ ਜਿਹੜਾ ਹੋਵੇ, ਉਹਨੂੰ 4 ਹਫ਼ਤਿਆਂ ਵਾਲੀ, 4 ਮਹੀਨਿਆਂ ਵਾਲੀ ਕੋਈ ਗੱਲ ਨਹੀਂ, 1 ਸਾਲ ਵੀ ਬਹੁਤ ਹੁੰਦਾ। ਜੇ ਏਜੰਡਾਜ਼ ਫਾਈਨਲ ਨੇ, ਫੰਡਸ ਤੁਹਾਨੂੰ ਪਾਰਟੀਆਂ ਤੋਂ ਆ ਰਹੇ ਨੇ, ਤੁਸੀਂ 1 ਸਾਲ ਦੇ ਵਿੱਚ ਲੋਕਾਂ ਦੀ ਤਕਲੀਫਾਂ ਦੂਰ ਕਰ ਸਕਦੇ ਹੋ। ਉਹ ਹੋਮਵਰਕ ਕੰਪਲੀਟ ਕਰਕੇ ਆਪਣਾ ਲੋਕਾਂ ਦੇ ਵਿੱਚ ਦੁਬਾਰਾ ਜਾਓ, ਲੋਕਾਂ ਨੂੰ ਫਿਰ ਪੁੱਛੋ ਉਹਨਾਂ ਦੀ ਮੁਸ਼ਕਿਲਾਂ। ਨਾਟ ਕਿ ਤੁਸੀਂ ਵੂ ਕਰੋ ਵੋਟਰਸ ਨੂੰ, ਕਮਿਊਨਲ ਕਾਰਡ ਖੇਡੋ ਜਾਂ ਵੋਟ ਬੈਂਕ ਪੋਲਿਟਿਕਸ ਕਰੋ, ਜਿੱਤੋ,
5 ਸਾਲ ਗਾਇਬ ਹੋ ਜਾਓ, ਲਾਸਟ 2-3 ਮਹੀਨੇ 'ਚ ਆਪਣੇ ਫੈਮਿਲੀ ਮੈਂਬਰਸ ਨੂੰ ਭੇਜੋ ਤੇ ਲੋਕਾਂ ਨੂੰ ਫੇਰ ਝੂਠੇ ਵਾਅਦੇ ਕਰੋ। ਪਿਛਲਾ ਮੈਨੀਫੈਸਟੋ ਦਾ ਕਾਂਗਰਸ ਕੋਲੋਂ ਅਚੀਵ ਹੋਇਆ ਨਹੀਂ, ਪਿਛਲੇ ਵਾਅਦੇ ਤਾਂ ਅਕਾਲੀ ਦਲ ਨੇ ਡਿਲੀਵਰ ਕੀਤੇ ਨਹੀਂ। ਹੁਣ ਨਵੇਂ ਮੈਨੀਫੈਸਟੋ ਔਰ ਨਵੇਂ ਵਾਅਦੇ ਆ ਗਏ। ਆਈ ਫੇਲ ਟੂ ਅੰਡਰਸਟੈਂਡ, ਜਾਂ ਤਾਂ ਪੁਰਾਣਾ ਮੈਨੀਫੈਸਟੋ ਗਲਤ ਸੀ ਜੋ ਤੁਸੀਂ ਪੂਰਾ ਨਹੀਂ ਕਰਨਾ ਚਾਹੁੰਦੇ, ਜਾਂ ਇਹਨੂੰ ਐਕਸੈਪਟ ਕਰਨ ਕਿ ਅਸੀਂ ਉਹ 'ਚ ਫੇਲ ਹੋ ਗਏ, ਹੁਣ ਸਾਨੂੰ ਨਵਾਂ ਚਾਂਸ ਦੇ ਦਿਓ। ਅੱਜ ਸਵੇਰੇ ਆਈ ਵਾਸ ਰੀਡਿੰਗ ਦਿਸ ਨਿਊਜ਼, ਐਮਐਲਏ ਪ੍ਰਗਟ ਸਿੰਘ ਨੇ ਕਲੇਮ ਕੀਤਾ ਹੈ 111 ਡੇਜ਼ ਆਫ ਗਵਰਨੈਂਸ ਦੀ ਆਪਣੀ ਪ੍ਰੇਜ਼ ਕਰਾਈ ਬਹੁਤ। ਅਸੀਂ ਤਾਂ ਇਹਨਾਂ ਨੂੰ 1825 ਦਿਨਾਂ ਲਈ ਵੋਟਾਂ ਪਾਈਆਂ ਸੀ, 111 ਦਿਨ ਹੀ ਗਣਾਈ ਜਾ ਰਹੇ ਨੇ। ਇਹ ਬਾਕੀ ਦਿਨ ਕੀ ਕਰ ਰਹੇ ਸੀ ਤੇ 111 ਦਿਨਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ, ਤੁਸੀਂ ਲੋਕਾਂ ਨੂੰ ਪੁੱਛੋ। ਮੈਮ ਤੁਸੀਂ ਪੂਰੀ ਸਟੱਡੀ ਕਰਕੇ ਬੈਠੇ ਹੋ, ਲੱਗਦਾ ਬੀਜੇਪੀ ਦੇ ਯੂਥ ਆਈਕਨ ਬਣੋਗੇ। ਮੈਮ ਜੇ ਸੇਵਾ ਮਿਲੀ ਤਾਂ ਜ਼ਰੂਰ ਨਿਭਾਊਂਗਾ। ਡੈਡ ਵਾਲਾ ਹੀ ਅਸੂਲ ਹੈ, ਮੰਗਿਆ ਕਦੀ ਕੁਛ ਨਹੀਂ। ਮੈਂ ਰਾਦਰ 10 ਦਿਨ ਪਹਿਲਾਂ ਹੀ ਆਪਣੇ ਆਈ ਵਾਸ ਜਨਰਲ ਸੈਕਟਰੀ ਪੰਜਾਬ ਫॉर ਯੂਥ ਅਕਾਲੀ ਦਲ ਐਂਡ ਸਪੋਕਸਮੈਨ, ਮੈਂ ਆਪਣਾ ਰੈਜ਼ਿਗਨੇਸ਼ਨ ਦੇਤਾ ਤੇ ਨਾ ਬੀਜੇਪੀ ਜੁਆਇਨ ਕੀਤੀ, ਨਾ ਕੋਈ ਅਹੁਦਾ ਮੰਗਿਆ, ਵੋਲੰਟਰੀਲੀ ਸਰਵਿਸ ਕਰ ਰਿਹਾ, ਕਰਦਾ ਰਹੂੰਗਾ ਜੇ ਉਹ ਰੈਕਗਨਾਈਜ਼ ਕਰਨਗੇ। ਇਹ ਮੈਂ ਔਨ ਰਿਕਾਰਡ ਕਹਿ ਰਿਹਾ। ਅੱਗੇ ਵੀ ਮੈਨੂੰ ਯੂਥ ਅਕਾਲੀ ਦਲ 'ਚ ਵੀ ਪ੍ਰਧਾਨ ਸਾਹਿਬ ਬੰਟੀ ਰੋਮਾਣਾ ਜੀ ਨੇ, ਬਿਕਰਮ ਮਜੀਠੀਆ ਜੀ ਨੇ ਅਹੁਦਾ ਆਪ ਹੀ ਦਿੱਤਾ ਗਿਆ ਸੀ ਮੈਨੂੰ, ਪਾਰਟੀ ਆਫਿਸ ਤੋਂ ਫੋਨ ਕਰੇ। ਆਈ ਨੈਵਰ ਆਸਕਡ ਫॉर ਇਟ, ਮੈਂ ਕਦੀ ਕੋਈ ਸਿਫਾਰਿਸ਼ ਨਹੀਂ ਕੀਤੀ। ਜੇ ਸਹੀ ਸਮਝਣਗੇ ਤਾਂ ਦੇ ਦੇਣਗੇ, ਅਦਰਵਾਈਜ਼ ਬਿਨਾਂ ਅਹੁਦੇ ਤੋਂ ਵੀ ਸਰਵਿਸ ਜਾਰੀ ਰਹੇਗੀ। ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ, 700 ਕੁਛ ਕਿਸਾਨ ਉੱਥੇ ਦਿੱਲੀ ਸ਼ਹੀਦ ਹੋਏ ਸੀ, ਬੀਜੇਪੀ ਉਹਨਾਂ ਲਈ ਕੀ ਕਰੂਗੀ। ਮੈਮ ਆਈ ਐਮ ਵੈਰੀ ਸੈਡ ਅਬਾਊਟ ਇਟ। ਇਟ ਇਜ਼ ਅ ਵੈਰੀ ਟੱਚੀ ਟੌਪਿਕ ਫॉर ਅਸ, ਕਿਉਂਕਿ ਸਭ ਤੋਂ ਜ਼ਿਆਦਾ ਇਹ ਔਨ ਰਿਕਾਰਡ ਮੈਨੂੰ ਨਹੀਂ ਕਹਿਣਾ ਚਾਹੀਦਾ, ਇਹ ਅਗੇਂਸਟ ਪੋਲੀਟਿਕਸ ਹੈ। ਅਸੀਂ ਬਹੁਤ ਧਰਨੇ ਦਿੱਤੇ ਸੀ ਆਪ ਅਗੇਂਸਟ ਫਾਰਮਰ ਲਾਜ਼, ਲੇਕਿਨ ਆਈ ਐਮ ਗਲੈਡ ਦੈਟ ਮੋਦੀ ਸਾਹਿਬ ਰਿਪੀਲਡ them. He also publicly apologized, which is a big thing for a PM. ਇੱਥੇ ਤਾਂ ਲੋਕਲ ਐਮਸੀ ਨਹੀਂ ਮਾਣ ਹੁੰਦਾ ਜੀ। ਤੇ ਵੈਰੀ ਸੂਨ ਯੂ ਵਿਲ ਸੀ, 14 ਤਰੀਕ ਨੂੰ ਮੋਦੀ ਜੀ ਆ ਰਹੇ ਨੇ, ਵੈਰੀ ਸੂਨ ਯੂ ਵਿਲ ਸੀ he'll ਡੂ ਸਮਥਿੰਗ ਹਿਊਜ ਫॉर those 700 ਕਿਸਾਨ। ਉਹਨਾਂ ਨੂੰ ਕੋਈ ਮੋਨੀਟਰੀ ਕੰਪਨਸੇਸ਼ਨ, ਉਹਨਾਂ ਨੂੰ ਪ੍ਰੋਬੇਬਲੀ ਕੋਈ ਜੌਬ ਓਪਰਚੁਨਿਟੀਜ਼। It's too early to promise anything on record, but you will see a huge change. He will do much more than we can imagine for the farmers. ਮੈਂ ਤੁਹਾਡੇ ਤੋਂ ਇੱਕ ਹੋਰ ਗੱਲ ਪੁੱਛਣਾ ਚਾਹੁੰਦੀ ਹਾਂ। ਰਾਮ ਰਹੀਮ 21 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ ਤੇ ਕੁਝ ਟਾਈਮ ਪਹਿਲਾਂ ਹੀ ਬੀਜੇਪੀ ਤੇ ਕਾਂਗਰਸ ਦੇ ਵਰਕਰਸ ਉਹਨਾਂ ਦੇ ਡੇਰੇ ਤੇ ਪਾਏ ਗਏ। ਤੁਹਾਨੂੰ ਲੱਗਦਾ ਕਿ ਅੱਜ ਦੇ ਟਾਈਮ 'ਚ ਵੀ ਲੀਡਰਸ ਦਾ ਡੇਰੇ ਵਾਲਿਆਂ ਬਿਨਾਂ ਸਰਦਾ ਨਹੀਂ। ਮੈਮ ਆਈ ਐਮ ਨਾਟ ਦ ਰਾਈਟ ਪਰਸਨ, ਮੈਂ ਇੱਕ ਬੜਾ ਸੈਕੂਲਰ ਬੰਦਾ ਹੈ। ਬਟ ਯੂ ਸਟੱਡੀ ਅਬਾਊਟ ਐਵਰੀਥਿੰਗ ਬਟ ਦਿਸ। About everything, but I am a secular man. I don't comment on any religious politics, ma'am. ਮੈਂ ਕੋਈ ਪੋਲਰਾਈਜੇਸ਼ਨ 'ਚ ਬਿਲੀਵ ਨਹੀਂ ਕਰਦਾ। ਅਸੀਂ ਇੱਕ ਸੈਕੂਲਰ ਸਟੇਟ 'ਚ ਰਹਿੰਦੇ ਹਾਂ, ਜੰਮੇ ਪਲੇ ਹਾਂ। ਸਾਡੇ ਨਾਲ ਸਕੂਲ ਦੇ ਵਿੱਚ ਸਿੱਖ ਵੀ ਹੋਇਆ ਕਰਦੇ ਸੀ, ਮੁਸਲਿਮ ਬੱਚੇ ਵੀ ਹੁੰਦੇ ਸੀ, ਕ੍ਰਿਸਚਨਸ ਵੀ ਹੁੰਦੇ ਸੀ, ਹਿੰਦੂ ਵੀ ਹੁੰਦੇ ਸੀ। ਇਟਸ ਅ ਸੈਕੂਲਰ ਸਟੇਟ ਮੈਮ। ਕਿਸੇ ਦਾ ਕੋਈ ਵੀ ਬਿਲੀਫ ਹੋ ਸਕਦਾ, ਕਿਸੇ ਦਾ ਕਿਤੇ ਵੀ ਫੋਲੋਅਰ ਹੋ ਸਕਦਾ। ਹਰ ਇੱਕ ਨੂੰ ਹੱਕ ਹੈ ਆਪਣੀ ਡਿਵੋਸ਼ਨ ਦਾ ਤੇ ਆਪਣਾ ਆਈਡਲ ਚੂਜ਼ ਕਰਨ ਦਾ। Say, I don't object anybody going to anybody. I'm nobody to do that. ਤੁਸੀਂ ਇਹਦੇ ਅਗੇਂਸਟ ਹੋ ਜਾਂ ਨਾਲ ਹੋ? ਮੈਂ ਸਾਰਿਆਂ ਧਰਮਾਂ 'ਚ ਬਿਲੀਵ ਕਰਦਾ, ਮੈਂ ਸਾਰਿਆਂ ਨੂੰ ਸਜਦਾ ਕਰਦਾ। You take me to any religious place, I would know what to do there, how to go, how to sit with people, ਕਿਸੇ ਨਾਲ ਕਿਵੇਂ ਵਾਰਤਾਲਾਪ ਕਰਨਾ ਔਰ ਕਿਸੇ ਦੀ ਰਿਲੀਜੀਅਸ ਸੈਂਟੀਮੈਂਟਸ ਨੂੰ ਕਿਵੇਂ ਰਿਸਪੈਕਟ ਦੇਣੀ ਹੈ। We have been taught that very well. ਤੇ ਇਟਸ ਓਕੇ ਮੈਮ, ਆਪਣੀ ਆਪਣੀ ਬਿਲੀਫ ਹੈ। ਸੋ ਆਈ ਥਿੰਕ ਹੀ ਹੈਜ਼ ਹਿਊਜ ਫੋਲੋਅਰਸ। ਇਹ 'ਚ ਕੋਈ ਲੁਕਾਉਣ ਵਾਲੀ ਗੱਲ ਤਾਂ ਨਹੀਂ, ਬਹੁਤ ਵੱਡਾ ਡੇਰਾ, ਉਹਨਾਂ ਦੀ ਬਹੁਤ ਫੈਨ ਫੋਲੋਇੰਗ ਹੈ। ਇਹ ਹੁਣ ਡੇਰੇ ਤੇ ਜ਼ਰੂਰ ਪੁੱਛਿਆ ਜਾਵੇ ਵੀ ਇਦਾਂ ਦਾ ਕਿਉਂ ਹੈ, ਵੀ ਵਾਟ ਅਟਰੈਕਟਸ them. ਜੇ ਤੁਸੀਂ ਨਹੀਂ ਜਵਾਬ ਦਿੰਦੇ ਤਾਂ ਉਹ ਵੀ ਕਹਿਣਗੇ ਕਿ ਸਾਡੇ ਲਈ ਤਾਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ। ਨਹੀਂ, ਇਹ ਤੁਸੀਂ ਦੇਖੋ ਕਿਸੇ ਸਪੈਸੀਫਿਕ ਫੋਲੋਅਰ ਨੂੰ ਪੁੱਛ ਸਕਦੇ ਆ ਜਾਂ ਕਿਸੇ ਸਪੈਸੀਫਿਕ ਬੈਲਟ ਦੇ ਵਿੱਚ ਪੁੱਛ ਸਕਦੇ ਆ। ਆਈ ਓਨੈਸਟਲੀ ਮੇਰੀ ਇੰਨੀ ਹੈਸੀਅਤ ਨਹੀਂ ਕਿ ਮੈਂ ਇੰਨੇ ਵੱਡੇ ਕੋਈ ਗੱਲ ਕਰਾਂ ਕਿਸੇ ਰਿਲੀਜੀਅਸ ਸੈਂਟੀਮੈਂਟ ਜਾਂ ਡੇਰੇ ਦੇ ਉੱਤੇ ਕਮੈਂਟ ਕਰਾਂ। ਆਈ ਰਿਸਪੈਕਟ ਐਵਰੀਬਡੀ, ਆਈ ਸਲੂਟ ਐਵਰੀਬਡੀ। ਮੈਂ ਸਾਰਿਆਂ ਦਾ ਸਤਿਕਾਰ ਕਰਦਾ ਤੇ ਆਈ ਹੈਵ ਬੀਨ ਟੌਟ ਦੈਟ ਵੈਰੀ ਵੈਲ। ਕੀ ਲੱਗਦਾ ਹੈ ਜੇ ਬੀਜੇਪੀ ਆਉਂਦੀ ਹੈ ਕਿੰਨੀਆਂ ਸੀਟਸ ਲੈ ਕੇ ਜਾਊਗੀ? ਮੈਮ ਜੇ ਨਹੀਂ ਬੀਜੇਪੀ ਆਉਂਦੀ, ਬੀਜੇਪੀ ਇਜ਼ 100% ਕਮਿੰਗ। ਬੀਜੇਪੀ 100% ਆ ਰਹੀ ਹੈ, ਬੀਜੇਪੀ ਦੀ ਸਰਕਾਰ ਬਣ ਰਹੀ ਹੈ। ਬੀਜੇਪੀ ਹੀ ਇੱਕ ਐਸੀ ਪਾਰਟੀ ਹੈ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ। ਜੋ ਪੰਜਾਬ 20-25 ਸਾਲ ਪਿੱਛੇ ਚਲਾ ਗਿਆ, ਸ਼ਿਕਾਰ ਹੋ ਕੇ ਵੈਂਡੇਟਾ ਪੋਲੀਟਿਕਸ ਦਾ ਔਰ ਕਮਿਊਨਲ ਪੋਲੀਟਿਕਸ ਦਾ, ਉਹਨੂੰ ਬੀਜੇਪੀ ਹੀ ਫਲਰਿਸ਼ ਕਰ ਸਕਦੀ ਹੈ। ਔਰ ਇਹਨੂੰ ਸੈਂਟਰ ਕੋਲੋਂ ਅੱਛੀ ਰਿਆਇਤਾਂ ਲਿਆ ਕੇ, ਇਕਨੋਮਿਕ ਜ਼ੋਨਸ, ਇੰਡਸਟਰੀਅਲ ਪਾਰਕਸ ਲਿਆ ਕੇ, ਯੂਨੀਵਰਸਿਟੀਜ਼ ਲਿਆ ਕੇ, ਹਸਪੀਟਲਸ ਲਿਆ ਕੇ, ਅਮੈਨਿਟੀਜ਼ ਦੇ ਕੇ ਪੰਜਾਬ ਦਾ ਭਲਾ ਕਰ ਸਕਦੀ ਹੈ। ਔਰ ਡੈਫੀਨਿਟਲੀ ਆ ਰਹੀ ਹੈ। ਸੀਟਸ ਕਿਉਂ ਸਾਰੀਆਂ ਦੀ ਸਾਰੀਆਂ ਅਸੀਂ ਜਿੱਤਾਂਗੇ ਮੈਮ, ਤੁਸੀਂ ਇੱਦਾਂ ਨਾ ਸੋਚੋ। ਆਈ ਐਮ ਵੈਰੀ ਪੋਜ਼ਿਟਿਵ ਐਂਡ ਗੋਡ ਵਿਲ ਬੀ ਕਾਈਂਡ। ਜਦੋਂ ਨੀਅਤ ਸਾਫ਼ ਹੈ ਤਾਂ ਰਸਤਾ ਵੀ ਬਣੇਗਾ ਜ਼ਰੂਰ। ਥੈਂਕ ਯੂ ਵੈਰੀ ਮਚ। ਤਾਂ ਇਹ ਸੀ ਸਾਡੇ ਨਾਲ ਮਤਸਿਮਰਨ ਜੀ, ਜੋ ਕਿ ਕਹਿ ਰਹੇ ਆ 100% ਬੀਜੇਪੀ ਆ ਰਹੀ ਹੈ, ਬਹੁਤ ਕੌਨਫੀਡੈਂਟ ਲੱਗ ਰਿਹਾ ਹੈ। ਕੁਝ ਗਿਲੇ ਸ਼ਿਕਵੇ ਹੈਗੇ ਅਕਾਲੀ ਦਲ ਨੂੰ ਲੈ ਕੇ,
ਕਾਫੀ ਪੁਰਾਣੇ ਚੱਲਦੇ ਆ ਰਹੇ ਸੀ ਬਾਦਲਜ਼ ਨਾਲ। ਪਰ ਬਾਕੀ ਦੇਖਦੇ ਹਾਂ ਲੋਕ ਕੀ ਡਿਸਾਈਡ ਕਰਦੇ ਆਉਣ ਵਾਲੇ ਟਾਈਮ 'ਚ, ਕਿਹਦਾ ਕੌਣ ਜੇਤੂ ਰਹੂਗਾ ਤੇ ਕੌਣ ਨਹੀਂ। 10 ਮਾਰਚ ਨੂੰ ਨਤੀਜੇ ਦੇਖਦੇ ਹਾਂ। ਕੈਮਰਾਮੈਨ ਬਲਜਿੰਦਰ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।